ਗੁਰ ਸ਼ਬਦ ਕਮਾਏ ਜਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰੂ ਗਰੀਬ ਨਿਵਾਜ ਤਬ ਨਾਮ ਆਪਨ ਬਿਦਤਾਏ। ਰਾਖੇ ਸੰਗ ਗਰੀਬ ਜਾਨਾ ਬਖਸ਼ਿਸ਼ ਦੇ ਵਡਿਆਏ। ਗੁਰੂ ਗਰੀਬ ਨਿਵਾਜ ਤਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬ੍ਰਹਮ ਗਿਆਨ ਦੇ ਪਵਿੱਤਰ ਅਸਥਾਨ, ਉਹ ਮਹਾਨ ਪਵਿੱਤਰ ਸਥਲੀ ਜਿੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਮਹਾਨ ਪਰਉਪਕਾਰੀ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਬੈਠ ਕਰਕੇ ਬ੍ਰਹਮ ਗਿਆਨ ਦੀਆਂ ਵਿਚਾਰਾਂ ਕਰਿਆ ਕਰਦੇ, ਜਿਸ ਸਥਾਨ 'ਤੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਇਸ਼ਨਾਨ ਕੀਤਿਆਂ ਸੰਗਤ ਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ। ਉਹ ਮਹਾਨ ਪਵਿੱਤਰ ਸਥਾਨ ਬਵੇਕਸਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਤਖਤ ਵਿਰਾਜਨ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਜੋ ਪਵਿੱਤਰ ਦਿਹਾੜਾ ਹੈ, ਪਵਿੱਤਰ ਦਿਵਸ ਹੈ, ਉਸ ਨੂੰ ਮਨਾਉਂਦਿਆਂ ਹੋਇਆਂ ਪਿਛਲੀ 2 ਤਾਰੀਖ ਤੋਂ ਲੜੀਵਾਰ ਦੀਵਾਨ ਪ੍ਰਾਰੰਭ ਕੀਤੇ ਗਏ ਹੈ। ਚੱਲਦੇ ਹੋਏ ਦੀਵਾਨਾਂ ਵਿੱਚ ਪੰਥ ਦੇ ਮਹਾਨ ਪਵਿੱਤਰ ਗ੍ਰੰਥ, ਜਿਸ ਵਿੱਚ ਸਤਿਗੁਰਾਂ ਦਾ ਇਤਿਹਾਸ ਇਸ ਤਰ੍ਹਾਂ ਰੂਪਮਾਨ ਹੈ। ਇਤਿਹਾਸ ਸੁਣਦਿਆਂ ਇਉਂ ਪ੍ਰਤੀਤ ਹੁੰਦਾ ਮਨ ਨੂੰ ਸਤਿਗੁਰੂ ਜੀ ਦੇ ਅਸੀਂ ਪ੍ਰਤੱਖ ਦਰਸ਼ਨ ਕਰ ਰਹੇ ਹਾਂ। ਜੋ ਕੌਤਕ ਸੁਣਦੇ ਹਾਂ ਇਉਂ ਲੱਗਦਾ ਵੀ ਉਹ ਕੌਤਕ ਸਾਡੇ ਅੱਖਾਂ ਸਾਹਮਣੇ ਹੋ ਰਿਹਾ। ਮਹਾਨ ਕਵੀ, ਕੇਵਲ ਇੱਕੋ ਇੱਕ ਕਵੀ ਜਿਨ੍ਹਾਂ ਨੂੰ ਚੂੜਾਮਣੀ ਦਾ ਖਿਤਾਬ ਪ੍ਰਾਪਤ ਹੈ, ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਮਹਾਨ ਕਮਾਈ ਵਾਲੇ, ਮਹਾਨ ਬੰਦਗੀ ਵਾਲੇ, ਜਿਨ੍ਹਾਂ ਨੇ ਸਤਿਗੁਰਾਂ ਦੇ ਜਸ ਵਾਲਾ ਗ੍ਰੰਥ ਛੰਦਾਬੰਦੀ ਵਿੱਚ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ।
ਇਸ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪੰਜਵੀਂ ਪੋਥੀ ਚੌਥੀ ਰਾਸ, ਜਿਸ ਵਿੱਚੋਂ ਰੋਜ਼ਾਨਾ ਇੱਕ ਇਤਿਹਾਸ ਸਤਿਗੁਰਾਂ ਦੇ ਜਸ ਦਾ ਇਸ ਦਿਹਾੜੇ ਨਾਲ ਸੰਬੰਧਿਤ ਰੋਜ਼ਾਨਾ ਆਪ ਸੰਗਤਾਂ ਨਾਲ ਸਾਂਝਾ ਕੀਤਾ ਜਾਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਿੱਥੇ ਸਿੰਘ ਸਾਹਿਬਾਨ ਇਸ ਇਤਿਹਾਸ ਨੂੰ ਆਪ ਸੰਗਤਾਂ ਦੇ ਸਨਮੁਖ ਵਿਚਾਰਾਂ ਕਰਦੇ ਆ, ਉੱਥੇ ਪੰਥ ਦੇ ਵਿਦਵਾਨ ਕਥਾਵਾਚਕ ਸਿੰਘ ਪਿਛਲੇ ਦਿਨੀ ਆਪ ਸੰਗਤਾਂ ਦੇ ਦਰਸ਼ਨ ਕਰਕੇ ਗਏ ਆ। ਕਿਵੇਂ ਅਕਾਲ ਬੁੰਗੇ ਦੀ ਰਚਨਾ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਪਹਿਨਣ ਕੀਤੀਆਂ। ਸੰਗਤ ਨੂੰ ਹੁਕਮ ਸੁਣਾਇਆ ਕਿ ਸਾਡੇ ਪਿਤਾ ਧੰਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜੋ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਨੂੰ ਉਪਦੇਸ਼ ਕੀਤਾ ਸੀ ਕਿ ਹੁਣ ਕੇਵਲ ਮਾਲਾ ਨਹੀਂ, ਕੇਵਲ ਭਗਤੀ ਨਹੀਂ, ਸੰਸਾਰ ਦੇ ਵਿੱਚ ਭਗਤੀ ਅਤੇ ਸ਼ਕਤੀ ਦੋਵਾਂ ਨੂੰ ਸਮਾਨ ਰੱਖਣ ਲਈ ਤੁਸੀਂ ਦੋ ਤਲਵਾਰਾਂ ਪਹਿਨਣੀਆਂ। ਸਤਿਗੁਰਾਂ ਦੇ ਹੁਕਮ ਵਿੱਚ ਬਾਬਾ ਬੁੱਢਾ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ। ਇੱਕ ਸੂਚਕ ਹੈ ਸੰਸਾਰ ਦੇ ਵਿੱਚ ਬੰਦਗੀ ਦੀ, ਭਗਤੀ ਦੀ, ਉਸ ਨੂੰ ਪੀਰੀ ਕਿਹਾ ਜਾਂਦਾ ਹੈ। ਐਸੀ ਤਲਵਾਰ ਜਿਹੜੇ ਹੰਕਾਰੇ ਹੋਏ ਪੀਰ, ਵਿਗੜੇ ਹੋਏ ਪੀਰ, ਬਲੀ ਕੰਧਾਰੀ ਜੈਸੇ ਸਤਿਗੁਰਾਂ ਜੀ ਨੇ ਸੂਤਰ ਕੀਤੇ, ਉਹ ਪੀਰਾਂ ਦੀ ਪੀਰੀ ਖਿੱਚਣ ਲਈ ਸਤਿਗੁਰੂ ਜੀ ਨੇ ਪੀਰੀ ਦੀ ਤਲਵਾਰ ਪਹਿਨੀ। ਵੱਡੇ ਵੱਡੇ ਮੀਰ ਬਾਦਸ਼ਾਹ, ਚੱਕਰਵਰਤੀ ਬਾਦਸ਼ਾਹ, ਵੱਡੇ ਵੱਡੇ ਰਾਜੇ, ਆਪਣੇ ਆਪ ਨੂੰ ਜਹਾਂ ਪਨਾਹ ਕਹਾਉਣ ਵਾਲੇ, ਉਹਨਾਂ ਨਾਲ ਲੋਹਾ ਲੈਣ ਲਈ, ਉਹਨਾਂ ਨੂੰ ਤਾਬਿਆ ਕਰਨ ਲਈ ਸਤਿਗੁਰੂ ਜੀ ਨੇ ਮੀਰੀ ਦੀ ਤਲਵਾਰ ਪਹਿਨੀ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਆਨੰਦਮਈ, ਬੜਾ ਰਾਸਮਈ, ਬੜਾ ਮੁਕਤੀ ਦੇ ਦੇਣ ਵਾਲਾ ਪਵਿੱਤਰ ਇਤਿਹਾਸ, ਜਿਸ ਨੂੰ ਸੁਣਦੇ ਹਾਂ ਸਤਿਗੁਰੂ ਜੀ ਦਾ ਜਸ ਸਾਡੇ ਜਿੱਥੇ ਸਰੀਰ ਨੂੰ ਸੁੱਖ ਦਿੰਦਾ ਹੈ, ਉੱਥੇ ਮਨ ਨੂੰ ਆਨੰਦਮਈ ਕਰ ਦਿੰਦਾ ਹੈ। ਇਹ ਲੜੀਵਾਰ ਇਤਿਹਾਸ ਆਪ ਸੰਗਤਾਂ ਨੇ ਪਿੱਛੇ ਬੜੇ ਆਨੰਦ ਨਾਲ ਸਰਵਣ ਕੀਤਾ ਹੈ। ਆਓ ਅੱਗੇ ਜੋ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ, ਸਤਿਗੁਰੂ ਮਹਾਰਾਜ ਜੀ ਦਾ ਸਰੂਪ ਕੈਸਾ, ਕਿਵੇਂ ਸਤਿਗੁਰੂ ਆਪਣੀ ਸ਼ਰਨ ਵਿੱਚ ਸੂਰਮਿਆਂ ਨੂੰ ਰੱਖਦੇ ਆ, ਇਹ ਸਾਰੇ ਪ੍ਰਸੰਗ ਵਿਸਥਾਰ ਨਾਲ ਅੱਗੇ ਆ ਰਹੇ ਆ। ਜਿੱਥੇ ਆਪਾਂ ਤਨ ਕਰਕੇ ਹਾਜ਼ਰ ਹੋਏ ਆ, ਉੱਥੇ ਸਾਰੀ ਸੰਗਤ ਮਨ ਕਰਕੇ ਵੀ ਹਾਜ਼ਰ ਹੋਈਏ। ਸਾਰੀ ਸੰਗਤ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਗੁਰੂ ਗਰੀਬ ਨਿਵਾਜ ਤਾਬੂ, ਨਾਮ ਆਪਣ ਬਿਦਤਾਏ। ਸੰਗਤ ਜੀ, ਸਤਿਗੁਰੂ ਜੀ ਦੇ ਨਾਮ ਨਾਲ ਗਰੀਬ ਨਵਾਜ ਲੱਗਦਾ ਹੈ। ਗਰੀਬ ਕੱਲਾ ਧਨ ਕਰਕੇ ਨਹੀਂ ਹੁੰਦਾ, ਮਨ ਕਰਕੇ ਵੀ ਹੁੰਦਾ ਹੈ। ਜਿਹੜਾ ਮਨ ਕਰਕੇ ਗਰੀਬ ਹੈ, ਭਾਵੇਂ ਤਨ ਕਰਕੇ ਗਰੀਬ ਹੈ, ਜਿਹਦੀ ਕਿਤੇ ਪੁਕਾਰ ਨਹੀਂ ਸੁਣੀ ਜਾਂਦੀ, ਜਿਹਨੂੰ ਕਿਤੇ ਢੋਈ ਨਹੀਂ ਮਿਲਦੀ, ਜਿਹਨੂੰ ਕਿਤੇ ਆਸਰਾ ਨਹੀਂ ਮਿਲਦਾ, ਐਸੇ ਨਿਮਾਣਿਆਂ ਨੂੰ, ਨਿਤਾਣਿਆਂ ਨੂੰ, ਨਿਆਸਰਿਆਂ ਨੂੰ ਮੇਰੇ ਮੀਰੀ ਪੀਰੀ ਦੇ ਮਾਲਕ ਪਰਉਪਕਾਰੀ ਸਤਿਗੁਰੂ ਮਹਾਬਲੀ ਜੋਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਰਨ ਦੇ ਰਹੇ ਆ। ਸਤਿਗੁਰੂ ਦਾ ਗਰੀਬ ਨਵਾਜ ਸੁਭਾਅ ਜੋ ਸਤਿਗੁਰੂ ਦੇ ਨਾਮ ਨਾਲ ਮੈਚ ਕਰਦਾ ਹੈ, ਉਹ ਸਤਿਗੁਰੂ ਮਹਾਰਾਜ ਦਾ ਹੁਣ ਗਰੀਬ ਨਵਾਜ ਸੁਭਾਅ ਸੰਗਤਾਂ 'ਚ ਪ੍ਰਗਟ ਹੋ ਰਿਹਾ ਹੈ। ਰਾਖੇ ਸੰਗ ਗਰੀਬ ਜਾਨਾ, ਬਖਸ਼ਿਸ਼ ਦੇ ਵਡਿਆਈ। ਸਤਿਗੁਰੂ ਜੀ ਨੇ ਆਪਣੇ ਨਾਲ ਬੇਅੰਤ ਜਿਹੜੇ ਗਰੀਬ ਲੋੜਵੰਦ ਸੀ ਰੱਖੇ ਆ ਕੋਲ, ਬੜੀਆਂ ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ, ਬੜੀਆਂ ਉਹਨਾਂ ਨੂੰ ਰਹਿਮਤਾਂ ਨਾਲ ਨਿਵਾਜਿਆ। ਚਾਓ ਪਈ
ਵਿਦਿਆ ਸ਼ਸਤਰਨ ਕੀ ਬਹੁ ਪਾਈ। ਸਤਿਗੁਰੂ ਜੀ ਨੇ ਜਿੱਥੇ ਆਪ ਵਿਦਿਆ ਪ੍ਰਾਪਤ ਕੀਤੀ ਸ਼ਸਤਰਾਂ ਦੀ, ਤੁਪਕ ਚਲਾਏ ਤੁਰੰਗ ਧਵਾਈ। ਜਦੋਂ ਘੋੜਾ ਦੌੜਾ ਕਰਕੇ ਬੰਦੂਕ ਦੇ ਨਾਲ ਨਿਸ਼ਾਨਾ ਲਾਉਣਾ, ਇੱਕ ਤਾਂ ਹੁੰਦਾ ਹੈ ਹਥਿਆਰ ਨੂੰ ਚੁੱਕ ਕੇ ਇੱਕ ਥਾਂ ਖਲੋ ਕੇ ਸਿਸਤ ਬੰਨ੍ਹ ਕੇ ਨਿਸ਼ਾਨਾ ਲਾਉਣਾ, ਇੱਕ ਹੁੰਦਾ ਉਦੋਂ ਵੀ ਅੱਗੇ ਘੋੜੇ ਨੂੰ ਦੌੜਾ ਕੇ ਭੱਜਦੇ ਹੋਏ ਘੋੜੇ ਦੇ ਉੱਪਰ ਬੈਠਿਆਂ ਹੋਇਆਂ ਬੰਦੂਕ ਚਲਾਉਣੀ, ਨਿਸ਼ਾਨਾ ਲਾਉਣਾ। ਇਹੋ ਜੇ ਕਹਿੰਦੇ ਕਰਤੱਵ ਸਤਿਗੁਰੂ ਮਹਾਰਾਜ ਕਰਦੇ ਐ। ਤੁਮਰ ਹਨੈ ਖਤੰਗ ਪ੍ਰਹਾਰੈ। ਨੇਜੇ ਘੋੜੇ ਦੌੜਾ ਕੇ ਨੇਜਿਆਂ ਦੇ ਨਿਸ਼ਾਨੇ ਲਾਉਣੇ, ਫਿਰ ਤੀਰ ਚਲਾਉਣੇ, ਹਿਤ ਅਖੇਰ ਬਨ ਜੀਵ ਸੰਘਾਰੈ। ਫਿਰ ਨਾਲ ਨਾਲ ਸ਼ਸਤਰ ਵਿਦਿਆ ਦਾ ਜਿੱਥੇ ਅਭਿਆਸ ਕਰਨਾ ਹੈ ਉੱਥੇ ਫਿਰ ਸਤਿਗੁਰੂ ਸ਼ਸਤਰ ਵਿਦਿਆ ਦੇ ਅਭਿਆਸ ਬਹਾਨੇ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਜੂਨਾਂ 'ਚ ਪਏ ਹੋਏ ਜੀਵ ਹੈ ਉਹਨਾਂ ਦੇ ਉਧਾਰ ਵਾਸਤੇ ਸ਼ਿਕਾਰ ਖੇਡਦੇ ਆ। ਜਿਵੇਂ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋਇਆ ਭਾਈ ਮੂਲਾ ਸ਼ਿਕਾਰ ਬਹਾਨੇ ਹਜੂਰ ਸਾਹਿਬ ਦੀ ਧਰਤੀ ਤੇ, ਜਿੱਥੇ ਅੱਜ ਕੱਲ੍ਹ ਸ਼ਿਕਾਰ ਘਾਟ ਸਥਾਨ ਹੈ, ਸਹੇ ਦੀ ਜੂਨ 'ਚ ਸਤਿਗੁਰੂ ਨੇ ਮੁਕਤ ਕੀਤਾ। ਸਿੰਘਾਂ ਦੇ ਪੁੱਛਣ ਤੇ ਦੱਸਿਆ, ਭਾਈ ਇਹ ਗੁਰੂ ਤੋਂ ਬੇਮੁਖ ਹੋਇਆ, ਜੇ ਕੋਈ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਮੁਕਤ ਨਾ ਹੋਰ ਥਾ ਕੋਈ। ਅੱਜ ਕੱਲ੍ਹ ਜਿਹੜੇ ਗੁਰੂ ਦਰ ਨੂੰ ਛੱਡ ਕੇ ਈਸਾਈ ਬਣ ਰਹੇ ਆ ਉਹ ਧਿਆਨ ਦੇਣ। ਜੀ ਸਦਕੇ ਜਿਹੜੇ ਲੋਕ ਨੇ ਆਪਣੇ ਧਰਮ ਦਾ ਪ੍ਰਚਾਰ ਕਰਨ, ਪਰ ਪਖੰਡ ਦੇ ਸਹਾਰੇ ਪ੍ਰਚਾਰ ਕਰਨਾ ਉਹ ਬਹੁਤਾ ਚਿਰ ਨਹੀਂ ਚੱਲਦਾ। ਝੂਠ ਦਾ ਪਾਜ ਬੜੀ ਛੇਤੀ ਉਗੜ ਜਾਂਦਾ, ਕਿਉਂਕਿ ਝੂਠ ਦਾ ਰੰਗ ਇਹੋ ਜਿਹਾ ਜਿਵੇਂ ਮਲੰਮੇ ਦਾ ਹੁੰਦਾ, ਬੜੀ ਛੇਤੀ ਜਿਵੇਂ ਮੀਂਹ ਪੈਣ ਦੇ ਨਾਲ ਕੱਚਾ ਰੰਗ ਲੈ ਜਾਂਦਾ ਨਾ, ਐਵੇਂ ਥੋੜ੍ਹੇ ਸਮੇਂ ਬਾਅਦ ਇਹ ਸਭ ਕੁਝ ਪਖੰਡ ਉੱਡ ਜਾਂਦਾ। ਝੂਠੀਆਂ ਕਰਾਮਾਤਾਂ ਇਹੋ ਜਿਹੇ ਕੁਝ ਕਰਕੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਪਿੱਛੇ ਸਾਡੇ ਕੁਝ ਸਿੱਖ ਭੁੱਲੜ ਵੀ ਉਹਨਾਂ ਪਿੱਛੇ ਲੱਗ ਰਹੇ ਆ। ਉਹ ਧਿਆਨ ਦੇਣ। ਮੇਰੇ ਗੁਰੂ ਅਮਰਦਾਸ ਜੀ ਕਹਿੰਦੇ ਆ, ਜੇ ਕੋਈ ਗੁਰ ਤੇ ਬੇਮੁਖ ਹੋਵੇ, ਗੁਰੂ ਤੋਂ ਬੇਮੁਖ ਹੋ ਕੇ ਜਿਹੜਾ ਜਾਂਦਾ ਕੀ ਬਣਦਾ ਉਹਨਾਂ ਨਾਲ? ਬਿਨ ਸਤਿਗੁਰ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਪਾਵੈ ਮੁਕਤ ਨਾ ਹੋਰ ਥਾ ਕੋਈ। ਪੁੱਛੋ ਭਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ। ਜੂਨਾਂ 'ਚ ਭਰਮਣਾ ਪਵੇਗਾ। ਭਾਈ ਮੂਲੇ ਦੇ ਇਤਿਹਾਸ ਨੂੰ ਪੜ੍ਹੋ। ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਹੋਰ ਕਿਸੇ ਥਾਂ ਮੁਕਤੀ ਨਹੀਂ ਮਿਲਣੀ। ਫਿਰ ਮੁਕਤ ਪਾਏ ਲਾਗ ਚਰਨੀ। ਸ਼ੇਰ ਵੀ ਅਖੀਰ ਨੂੰ ਸਤਿਗੁਰੂ ਦੇ ਚਰਨੀ ਲੱਗ ਕੇ ਖਹਿੜਾ ਸੁੱਟਣਾ, ਮੁਕਤੀ ਮਿਲਣੀ ਆ। ਸਤਿਗੁਰੂ ਮਹਾਰਾਜ ਅਨੰਤ ਜੀਆਂ ਦੇ ਭਲੇ ਹਿੱਤ ਇਉਂ ਸ਼ਸਤਰ ਵਿਦਿਆ ਦੇ ਅਭਿਆਸ ਦੇ ਬਹਾਨੇ ਸ਼ਿਕਾਰ ਖੇਡਦੇ ਐ। ਧੌਂਸਾ ਤੁਨਘਾਰਤ ਪੁਨ ਆਵੈ। ਤੇ ਜਦੋਂ ਸ਼ਿਕਾਰ ਖੇਡ ਕੇ ਵਾਪਸ ਆਉਂਦੇ ਐ, ਧੌਂਸੇ ਵੱਜਦੇ ਐ, ਨਗਾਰੇ ਵੱਜਦੇ ਨੇ। ਆਵਦ ਕੋ ਨਰ ਦੇਖਣ ਧਾਵੈ। ਬੇਅੰਤ ਲੋਕ ਦੇਖਦੇ ਆ ਕੇ, ਕਿਉਂਕਿ ਪੰਚਮ ਸਰੂਪ ਤੱਕ ਤਾਂ ਸ਼ਾਂਤੀ ਸਰੂਪ ਧਾਰਿਆ ਨਾ। ਉਦੋਂ ਧੌਂਸੇ ਨਗਾਰਿਆਂ ਦੀ ਆਵਾਜ਼ ਘੱਟ ਸੁਣਾਈ ਸੀ। ਹੁਣ 6ਵੇਂ ਜਾਮੇ 'ਚ ਸਤਿਗੁਰੂ ਜੀ ਦਾ ਇਹ ਰੂਪ ਵੇਖ ਕੇ ਸੰਗਤਾਂ ਵੇਖਣ ਲਈ ਬਾਹਰ ਆਉਂਦੀਆਂ ਨੇ। ਸੁਣੈ ਸੋ ਜਸ ਰਹਿ ਬੇਹਿਤ ਸੂਰ। ਸਤਿਗੁਰੂ ਜੀ ਦਾ ਜਦੋਂ ਜਸ ਸੁਣਦੇ ਆ ਨਾ, ਵੀ ਸਤਿਗੁਰੂ ਮਹਾਬਲੀ ਯੋਧੇ ਆ, ਸ਼ਸਤਰਾਂ ਨੂੰ ਪਿਆਰ ਕਰਦੇ ਆ। ਸਤਿਗੁਰੂ ਆਪ ਅਭਿਆਸ ਕਰਦੇ ਆ ਸ਼ਸਤਰਾਂ ਦਾ। ਜਦੋਂ ਇਉਂ ਜਸ ਸੂਰਮੇ ਸੁਣਦੇ ਆ ਤਾਂ ਉਹ ਸ਼ਰਨ ਵਿੱਚ ਆਉਂਦੇ ਨੇ। ਦੂਰ ਦੂਰ ਤੇ ਆਏ ਹਦੂਰ। ਦੂਰ ਦੂਰ ਤੱਕ ਹਿੰਦੁਸਤਾਨ ਵਿੱਚ ਧਰਤੀ ਤੇ ਸਤਿਗੁਰੂ ਦਾ ਜਸ ਫੈਲਿਆ, ਵੀ ਸਤਿਗੁਰੂ ਜੈਸਾ ਸੂਰਮਾ ਨਹੀਂ ਕੋਈ, ਤੇ ਸਤਿਗੁਰੂ ਜੈਸਾ ਕੋਈ ਗਰੀਬ ਨਵਾਜ ਨਹੀਂ। ਸੂਰਮੇ ਸੁਣ ਸੁਣ ਕੇ ਦੂਰੋਂ ਦੂਰੋਂ ਆਉਂਦੇ ਆ ਸ਼ਰਨ ਵਿੱਚ। ਕਬ ਹੋ ਪੰਜ ਕਬ 10 ਕੋ ਰਾਖੈ। ਕਦੇ 5 ਆਉਂਦੇ ਆ ਸੂਰਮੇ, ਕਦੇ 10 ਆਉਂਦੇ ਆ ਸ਼ਰਨ ਵਿੱਚ। ਪਰ ਹੈ ਸ਼ਰਨ ਜੇ ਬਿਤ ਅਬਿਲਾਖੈ। ਜੇ ਕੋਈ ਆ ਕੇ ਕਹਿੰਦਾ ਮਹਾਰਾਜ ਸਾਨੂੰ ਧਨ ਨਹੀਂ ਚਾਹੀਦਾ, ਬਸ 2 ਵਕਤ ਦਾ ਪ੍ਰਸ਼ਾਦਾ, ਛਮਾਹੀ ਤਮਾਹੀ ਵਸਤਰ ਮਿਲ ਜਾਣ, ਅਸੀਂ ਸ਼ਰਨ ਵਿੱਚ ਰਵਾਂਗੇ, ਅਸੀਂ ਤੁਹਾਡੀ ਫੌਜ ਵਿੱਚ ਰਵਾਂਗੇ, ਉਹਨਾਂ ਨੂੰ ਸਤਿਗੁਰੂ ਤਾਂ ਛਮਾਹੀ ਤਮਾਹੀ ਵਸਤਰ ਦਿੰਦੇ ਆ। ਰੋਜ਼ਾਨਾ ਚੰਗਾ ਭੋਜਨ ਮਿਲਦਾ ਹੈ, ਰਹਿਣ ਨੂੰ ਥਾਂ ਮਿਲਦੀ ਹੈ, ਸਤਿਕਾਰ ਮਿਲਦਾ ਹੈ।
ਜਿਹੜਾ ਕੋਈ ਤਨਖਾਹ ਮੰਗਦਾ ਉਹਨੂੰ ਤਨਖਾਹ ਵੀ ਮਿਲਦੀ ਹੈ। ਦਇਆ ਕਰਹਿ ਬਖਸ਼ੈ ਸੁਖ ਸਾਰੂ। ਸਤਿਗੁਰੂ ਦਇਆ ਕਰਕੇ ਸਾਰੇ ਸੁੱਖ ਦਿੰਦੇ ਨੇ। ਵਸਤਰ ਸ਼ਸਤਰ ਅਸ ਰੁਚਰ ਆਹਾਰੂ। ਚੰਗੇ ਚੰਗੇ ਬਸਤਰ, ਚੰਗੇ ਚੰਗੇ ਸ਼ਸਤਰ ਤੇ ਸੋਹਣਾ ਸਤਿਗੁਰੂ ਸੁੰਦਰ ਭੋਜਨ ਛਕਾਉਂਦੇ ਆ। ਗੁਰ ਉਪਕਾਰ ਜਾਨ ਕਰ ਵੀਰ। ਜਿਹੜੇ ਸੂਰਮੇ ਆ ਨਾ ਉਹ ਸਤਿਗੁਰੂ ਜੀ ਨੂੰ ਪਰਉਪਕਾਰੀ ਮੰਨਦੇ ਆ। ਕਹਿੰਦੇ ਵੀ ਸਤਿਗੁਰੂ ਜੈਸਾ ਸੂਰਮਿਆਂ ਨੂੰ ਪਿਆਰ ਕਰਨ ਵਾਲਾ ਹੋਰ ਨਹੀਂ ਕੋਈ। ਬੜੀ ਫੌਜ ਦੇਖੀ ਆ, ਬੜੇ ਬਹਾਦਰ ਵੇਖੇ ਆ, ਬੜੇ ਯੋਧੇ ਵੇਖੇ ਆ, ਪਰ ਉਹ ਨਾਲ ਦੇ ਸੂਰਮਿਆਂ ਨੂੰ ਇੰਨਾ ਪਿਆਰ ਪ੍ਰੇਮ ਨਹੀਂ ਦਿੰਦੇ। ਮਨ ਤੇ ਅਰਪਿਓ ਸਰਬ ਸਰੀਰ। ਸਤਿਗੁਰੂ ਜੀ ਦਾ ਪਰਉਪਕਾਰੀ ਸੁਭਾਅ ਵੇਖ ਕੇ ਜਿਹੜੇ ਸੂਰਮੇ ਫਿਰ ਉਹ ਵੀ ਤਨ ਮਨ ਅਰਪਦੇ ਨੇ। ਜਹ ਗੁਰੂ ਕੋ ਕਾਰਜ ਬਨ ਜਾਏ। ਜਿੱਥੇ ਵੀ ਗੁਰੂ ਘਰ ਦਾ ਕੋਈ ਕਾਰਜ ਆਉਂਦਾ ਹੈ ਮਾਰਨ ਮਰਨ ਬਿਖੈ ਮੁਦ ਪਾਏ। ਫਿਰ ਉਹ ਵੀ ਸੂਰਮੇ ਮਰਨ ਮਾਰਨ ਨੂੰ ਅੜ ਜਾਂਦੇ ਆ। ਖੁਸ਼ੀ ਨਾਲ ਕਹਿੰਦੇ ਸਨਮੁਖ ਹੋ ਕੇ ਜੂਝਦੇ ਆ। ਕਹਾਂ ਪਰਸ ਪਰ ਜੋਧ ਆਇਆ ਸੀ। ਜਿਹੜੇ ਯੋਧੇ ਆ ਸੂਰਮੇ ਸਤਿਗੁਰੂ ਦੀ ਫੌਜ ਦੇ ਆਪਸ ਵਿੱਚ ਇਉਂ ਵਿਚਾਰਦੇ ਨੇ। ਹਮ ਹੈ ਮਿਲੇ ਪਤ ਰਘੁਬਰ ਜੈਸੇ। ਜਿਵੇਂ ਕਹਿੰਦੇ ਸ੍ਰੀ ਰਾਮਚੰਦਰ ਜੀ ਤ੍ਰੇਤੇ ਦੇ ਅਵਤਾਰ ਸੀ ਨਾ, ਸਾਨੂੰ ਤਾਂ ਸਤਿਗੁਰੂ ਇਉਂ ਮਿਲ ਗਏ ਆ। ਸਰਬ ਮ੍ਰਿਗਣ ਤੇ ਜੋਨੀਹੀਨ। ਕਹਿੰਦੇ ਜਿਵੇਂ ਸਾਰੇ ਜਿੰਨੇ ਜੰਗਲੀ ਜੀਵ ਨੇ ਉਹਨਾਂ ਵਿੱਚੋਂ ਉਹ ਕਾਰਜ ਕਬ ਕੁਨ ਹੈ ਕਿਸੀ ਨਾ। ਕਹਿੰਦੇ ਜਿਹੜੇ ਬਾਂਦਰ ਹੁੰਦੇ ਆ ਉਹ ਸਭ ਤੋਂ ਨੀਵੇਂ ਮੰਨੇ ਆ ਜਾਨਵਰਾਂ ਵਿੱਚੋਂ। ਕਿਸੇ ਕੰਮ ਨਹੀਂ ਆਉਂਦੇ, ਸਗੋਂ ਕੰਮ ਵਿਗਾੜਦੇ ਆ। ਅਸ ਬਾਨਰ ਬਨ ਮਹਿ ਗਨ ਹੀਰੇ। ਤੇ ਜੰਗਲ ਦੇ ਵਿੱਚ ਬੇਅੰਤ ਬਾਂਦਰ ਰਹਿੰਦੇ ਸਨ। ਤਿਨ ਪਰ ਕਰੁਣਾ ਧਾਰ ਕਨੇਰੇ। ਉਹ ਬਾਂਦਰਾਂ ਤੇ ਕਹਿੰਦੇ ਤ੍ਰੇਤੇ ਦੇ ਭਗਵਾਨ ਸ੍ਰੀ ਰਾਮਚੰਦਰ ਨੇ ਤਰਸ ਕੀਤਾ। ਸੰਗਤ ਜੀ ਇਹ ਇੱਕ ਅੰਗੀ ਪ੍ਰਮਾਣ ਹੁੰਦੇ ਆ। ਕਈ ਵਾਰੀ ਸੁਣਨ ਵਾਲਿਆਂ ਦੇ ਮਨ 'ਚ ਸ਼ੰਕਾ ਹੋ ਜਾਂਦੀ ਹੈ। ਦੂਰ ਦੂਰ ਤੱਕ ਚੈਨਲ ਰਾਹੀਂ ਕਥਾ ਘਰਾਂ 'ਚ ਜਾ ਰਹੀ ਆ। ਕਈ ਵਾਰੀ ਸਾਨੂੰ ਸੋਝੀ ਨਹੀਂ ਹੁੰਦੀ ਵੀ ਇਹ ਤਾਂ ਜੀ ਰਾਮਚੰਦਰ ਦਾ ਨਾਮ ਲੈਤਾ। ਕਈਆਂ ਨੂੰ ਸੁਣ ਕੇ ਐਲਰਜੀ ਹੋ ਜਾਂਦੀ ਆ। ਇਹ ਪ੍ਰਮਾਣ ਹੁੰਦੇ ਨੇ ਵਿਦਵਤਾ ਦੀ ਦੁਨੀਆ ਦੇ। ਪ੍ਰਮਾਣਾਂ ਦੇ ਵਿੱਚੋਂ ਇੱਕ ਅੰਗੀ ਪ੍ਰਮਾਣ ਲਏ ਜਾਂਦੇ। ਜਿਵੇਂ ਸਤਿਗੁਰੂ ਜੀ ਦੇ ਚਰਨਾਂ ਦਾ ਪ੍ਰਮਾਣ ਦੇਣ ਲਈ ਕਮਲ ਦਾ ਗੁਰਸੰਗਤ ਜੀ ਬਿੰਬ ਬੰਨਿਆ ਜਾਂਦਾ। ਕਿਹਾ ਜਾਂਦਾ ਵੀ ਸਤਿਗੁਰੂ ਜੀ ਦੇ ਚਰਨ ਕਮਲ ਵਰਗੇ ਆ। ਪਰ ਹੁਣ ਕਮਲ ਵਰਗੇ ਤਾਂ ਨਹੀਂ ਹਨ ਸਤਿਗੁਰੂ ਦੇ ਚਰਨ। ਉਹ ਤਾਂ ਇੱਕ ਅੰਗੀ ਪ੍ਰਮਾਣ ਹੈ, ਇੱਕ ਪਾਸਾ ਲਿਆ। ਜਿਵੇਂ ਕਹਿ ਦਿੰਦੇ ਆ ਵੀ ਸਤਿਗੁਰੂ ਜੀ ਦਾ ਮੁਖ ਤਾਂ ਇੰਨਾ ਸੋਹਣਾ ਜਿਵੇਂ ਪੂਰਨਮਾਸੀ ਦਾ ਚੰਦਰਮਾ ਹੈ। ਹੁਣ ਪੂਰਨਮਾਸੀ ਦਾ ਚੰਦਰਮਾ ਤਾਂ ਸੋਹਣਾ, ਪਰ ਚੰਦਰਮਾ ਦੇ ਸਾਰੇ ਗੁਣ ਤਾਂ ਨਹੀਂ ਇੰਨੇ ਜਿੰਨੇ ਸਤਿਗੁਰੂ ਦੇ ਆ। ਚੰਦਰਮਾ ਦਾ ਘਟਦਾ ਵੀ ਆ, ਕਦੇ ਘਟਦਾ ਕਦੇ ਵੱਧਦਾ। ਮੇਰੇ ਸਤਿਗੁਰੂ ਦਾ ਨਾ ਘਾਟ ਹੈ ਨਾ ਬਾਧ ਹੈ, ਨਾ ਘਾਟ ਬਾਧ ਹੋਤ ਹੈ। ਚੰਦਰਮਾ ਤਾਂ ਦਾਗੀ ਹੈ, ਮੇਰੇ ਸਤਿਗੁਰੂ ਦੇ ਕੋਈ ਤਿਲ ਮਾਤਰ ਵੀ ਦਾਗ ਦੋਸ਼ ਨਹੀਂ ਹੈ। ਪਰ ਸਤਿਗੁਰੂ ਜੀ ਦੇ ਬਰਾਬਰ ਪ੍ਰਮਾਣ ਦੇਣ ਨੂੰ ਜਿਹੜੀ ਸਭ ਤੋਂ ਉੱਪਰ ਚੀਜ਼ ਹੈ ਉਹਦਾ ਪ੍ਰਮਾਣ ਇੱਕ ਅੰਗੀ ਲਿਆ ਜਾਂਦਾ ਹੈ। ਇਵੇਂ ਹੀ ਇੱਥੇ ਸ੍ਰੀ ਰਾਮਚੰਦਰ ਜੀ ਆਪਣੇ ਸਮੇਂ ਦੇ ਅਵਤਾਰ ਨੇ ਤੇ ਮਹਾਬਲੀ ਰਾਵਣ ਨੂੰ ਉਹਨਾਂ ਨੇ ਮਾਰਿਆ ਹੈਗਾ। ਉਹ ਸੂਰਮੇ ਪ੍ਰਮਾਣ ਲੈ ਰਹੇ ਨੇ। ਮਹਾਬਲੀ ਰਾਵਣ ਦਸ ਕੀ ਸੀਸ। ਕਹਿੰਦੇ ਦੇਖੋ ਮਹਾਬਲੀ ਦੈਸਰ ਜਿਹੜਾ ਰਾਵਣ ਆ ਨਾ, ਉਹਨੂੰ ਮਾਰਨ ਦੀ ਖਾਤਰ ਸ੍ਰੀ ਰਾਮਚੰਦਰ ਜੀ ਨੇ ਬਾਂਦਰਾਂ ਦੀ ਸੈਨਾ ਬਣਾਈ। ਜਿਹੜੇ ਬਾਂਦਰ ਕਿਸੇ ਕੰਮ ਨਹੀਂ ਆਉਂਦੇ, ਸਗੋਂ ਕੰਮ ਵਿਗਾੜਦੇ ਆ। ਇੰਨੇ ਗਰੀਬ ਨਵਾਜ਼ ਸੀ ਕਹਿੰਦੇ ਉਹ। ਇਵੇਂ ਹੀ ਸਾਡੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਵਾਜ਼ ਨੇ। ਪਰਾਕਰਮ ਗਰਭ ਹਰਿਓ ਮਿਲਕੀਸ। ਕਹਿੰਦੇ ਬਾਂਦਰਾਂ ਨਾਲ ਮਿਲ ਕੇ ਹੀ ਸ੍ਰੀ ਰਾਮਚੰਦਰ ਜੀ ਨੇ ਦੈਸਰੇ ਨੂੰ ਮਾਰ ਕੇ ਉਹਦਾ ਪਰਾਕਰਮ ਖਤਮ ਕੀਤਾ ਸੀ। ਤਿਨ ਸਮ ਸਭ ਬਾਤਨ ਤੇ ਹੀ ਨਾ। ਕਹਿੰਦੇ ਉਹ ਜਦੋਂ ਗੱਲਾਂ ਵਿਚਾਰਦੇ ਆ ਨਾ ਮੇਰੇ ਸਤਿਗੁਰੂ, ਉਹਨਾਂ ਨਾਲੋਂ ਵੀ ਵੱਧ ਗਰੀਬ ਨਵਾਜ਼ ਹਨ। ਕਿਰਪਾ ਦਿਸ਼ਟ ਹਮ ਪਰ ਗੁਰ ਕੀ ਨਾ। ਸਾਡੇ ਤੇ ਸੂਰਮੇ ਕਹਿੰਦੇ ਆ ਵੀ ਸਾਡੇ ਤੇ ਕਹਿੰਦੇ ਸਤਿਗੁਰੂ ਨੇ ਆਉਂ ਕਿਰਪਾ ਕੀਤੀ ਆ। ਦੇਖੋ ਸਤਿਗੁਰੂ ਦੇ ਪ੍ਰਤੀ ਕਿੰਨਾ ਪਿਆਰ ਸੂਰਮਿਆਂ ਦੇ ਮਨਾਂ 'ਚ। ਸਤਿਗੁਰੂ ਦੀ ਫੌਜ 'ਚ ਜਿਹੜੇ ਯੋਧੇ ਆ ਉਹ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਸਤਿਗੁਰੂ ਨੇ ਤਾਂ ਐਸੀ ਦਇਆ ਕੀਤੀ ਹੈ। ਜੋ ਕਹਵਾਏ ਜਹਾਨ ਪਨਾਹ। ਕਹਿੰਦੇ ਜਿਹੜਾ ਵੱਡਾ ਆਪਣੇ ਆਪ ਨੂੰ ਜਹਾਨ ਪਨਾਹ ਕਹਾਉਂਦਾ ਬਾਦਸ਼ਾਹ, ਤਿਨ ਕੇ ਸੰਗ ਜੰਗ ਕੀ ਚਾਹ। ਸਤਿਗੁਰੂ ਜੀ ਉਹ ਬਾਦਸ਼ਾਹ ਦੇ ਨਾਲ ਹੁਣ ਜੰਗ ਕਰਨਾ ਚਾਹੁੰਦੇ ਆ। ਤੇ ਸਾਡੇ ਵਰਗੇ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ, ਨਿਮਾਣਿਆਂ ਨੂੰ, ਨਿਤਾਣਿਆਂ ਨੂੰ, ਲਤਾੜਿਆਂ ਹੋਇਆਂ ਨੂੰ,
ਆਪਣੀ ਫੌਜ ਵਿੱਚ ਸ਼ਾਮਲ ਕਰਕੇ ਮਹਾਰਾਜ ਸਾਨੂੰ ਵਡਿਆਈ ਦੇ ਰਹੇ ਨੇ। ਹੀਨ ਜੂਣ ਬਾਨਰਨ ਸਮਾਨ, ਕਹਿੰਦੇ ਸਾਡੀ ਤਾਂ ਜਿਹੜੀ ਦਸ਼ਾ ਗੀ ਉਹ ਬਾਂਦਰਾਂ ਜੈਸੀ ਹੈ। ਜੇ ਨਾ ਕਰੋਗੇ ਰਣ ਕਮਸਾਨ, ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੇ ਬਾਦਸ਼ਾਹ ਨਾਲ ਜੰਗ ਨਹੀਂ ਕਰਨਗੇ ਤੋ ਕਿਸੀਨ ਤੇ ਹੀਨ ਅਹੈ ਕੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸੀਂ ਕਿਸ ਅਰਥ ਹਾਂ। ਸਾਨੂੰ ਮਹਾਰਾਜ ਭੋਜਨ ਵੀ ਸਿਖਾਉਂਦੇ ਆ, ਤਨਖਾਹਾਂ ਵੀ ਦਿੰਦੇ ਆ, ਬਸਤਰ ਵੀ ਦਿੰਦੇ ਆ, ਰਹਿਣ ਨੂੰ ਵੀ ਥਾਂ ਦਿੰਦੇ ਆ, ਮਾਣ ਵੀ ਬਖਸ਼ਦੇ ਆ, ਇੱਜ਼ਤ ਵੀ ਬਖਸ਼ਦੇ ਆ। ਇਸ ਲਈ ਸਤਿਗੁਰੂ ਮਹਾਰਾਜ ਦੇ ਅਸੀਂ ਜਿਹੜੇ ਸੇਵਕ ਆ, ਅਸੀਂ ਕਿਸੇ ਅਰਥ ਨਹੀਂ ਸੀ ਇੰਨਾ ਮਾਣ ਇੰਨੀ ਵਡਿਆਈ ਉਹ ਬਾਂਦਰਾਂ ਵਾਂਗੂ ਸਤਿਗੁਰੂ ਨੇ ਸਾਨੂੰ ਦਿੱਤੀ ਹੈ। ਜਿਸ ਕੀ ਸਮਤਾ ਹਮਹਿ ਕਹੈ ਕੋ। ਕਹਿੰਦੇ ਇਹ ਸਾਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਵਡਿਆਈ ਦਿੱਤੀ ਹੈ ਨਾ, ਸਾਨੂੰ ਤਾਂ ਇਉਂ ਲੱਗਦਾ ਵੀ ਇਹ ਸਤਿਗੁਰੂ ਤ੍ਰੇਤੇ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਵਾਂਗੂ ਨੇ। ਦੇਖੋ ਉਹਨਾਂ ਦੀ ਜੈਸੀ ਬੁੱਧੀ, ਉਹਨਾਂ ਨੇ ਉਹੋ ਜਿਹਾ ਪ੍ਰਮਾਣ ਦਿੱਤਾ। ਕਹਿੰਦੇ ਵੀ ਜਿਵੇਂ ਉਹ ਅਵਤਾਰ ਸੀ ਉਹਨਾਂ ਨੇ ਬਾਂਦਰਾਂ ਤੇ ਕਿਰਪਾ ਕੀਤੀ, ਸਾਡੇ ਸਤਿਗੁਰੂ ਨੇ ਸਾਡੇ ਤੇ ਆਉਂ ਗਰੀਬ ਨਵਾਜੀ ਕੀਤੀ ਹੈ। ਗਣ ਮਹਿੰਦਰ ਭੈ ਸਤਰਗਨ ਆਏ, ਜੰਗ ਦੇ ਵਿੱਚ ਭਾਵੇਂ ਜਿਹੜੇ ਸੂਰਮੇ ਨੇ ਮਹਾਬਲੀ ਯੋਧੇ ਆ, ਉਹ ਜੰਗ ਵਿੱਚ ਜਦੋਂ ਚੜ ਕੇ ਆਉਂਦੇ ਆ ਤੋ ਸ਼ਸਤਰ ਗੁਰ ਸੰਗ ਸਹਾਏ। ਜਦੋਂ ਕਹਿੰਦੇ ਚੜ ਕੇ ਆਉਣਗੇ ਉਹਨਾਂ ਦੇ ਸਨਮੁਖ ਅਸੀਂ ਜੂਝਾਂਗੇ, ਸਤਿਗੁਰੂ ਸਾਡੀ ਸਹਾਇਤਾ ਕਰਨਗੇ। ਜੰਗ ਵਿੱਚ ਜਦੋਂ ਯੋਧਾ ਜੂਝਦਾ ਨਾ, ਸਨਮੁਖ ਹੋ ਕੇ ਜੂਝਦਾ, ਉਸ ਵੇਲੇ ਸੂਰਮੇ ਦੇ ਮਨ ਵਿੱਚ ਮੌਤ ਦਾ ਭੈ ਨਹੀਂ ਹੋਣਾ ਚਾਹੀਦਾ। ਜੇ ਮੌਤ ਦਾ ਭੈ ਹੈ ਤਾਂ ਸਨਮੁਖ ਹੋ ਕੇ ਜੂਝ ਨਹੀਂ ਸਕਦਾ। ਇਹ ਸੂਰਮੇ ਸਤਿਗੁਰੂ ਦੀ ਵਡਿਆਈ ਕਰ ਰਹੇ ਨੇ ਵੀ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਹੈ। ਹੁਣ ਜਦੋਂ ਜੰਗ ਦਾ ਸਮਾਂ ਬਣੇਗਾ ਅਸੀਂ ਸਨਮੁਖ ਹੋ ਕੇ ਜੂਝਾਂਗੇ, ਸਤਿਗੁਰੂ ਸਾਡੀ ਸਹਾਇਤਾ ਕਰਨਗੇ। ਇਮ ਆਪਸ ਮੈਂ ਕਹਿ ਪ੍ਰਣ ਕਰੈ, ਐਉਂ ਆਪਸ ਵਿੱਚ ਵਿਚਾਰਾਂ ਕਰਦੇ ਆ, ਪਰਨ ਕਰਦੇ ਆ ਵੀ ਅਸੀਂ ਲੋੜ ਪੈਣ ਤੇ ਜੂਝਾਂਗੇ। ਅਧਿਕ ਵੀਰਤਾ ਕੋ ਉਰ ਧਰੈ, ਮਨ ਵਿੱਚ ਵਿਚਾਰਦੇ ਆ ਵੀ ਅਸੀਂ ਵੱਡੇ ਸੂਰਮਤਾ ਦੇ ਨਾਲ ਵੀਰਤਾ ਨਾਲ ਸਨਮੁਖ ਹੋ ਕੇ ਜੂਝਾਂਗੇ। ਗਹਿਰ ਅਰੂਡਾ ਗੁਰੂ ਸੁਨਾਵੈ, ਜਦੋਂ ਬਾਹਰ ਸ਼ਿਕਾਰ ਲਈ ਜਾਂਦੇ ਆ ਤਾਂ ਸਤਿਗੁਰੂ ਜੀ ਨੂੰ ਬੇਨਤੀਆਂ ਕਰਕੇ ਬਚਨ ਕਹਿੰਦੇ ਆ, ਤੁਮਰੇ ਹੁਕਮ ਓਜ ਦਿਖਰਾਵੈ। ਮਹਾਰਾਜ ਇਹ ਜਿਹੜਾ ਸਾਡਾ ਬਾਲਾ ਹੈ, ਸਾਡੀ ਸ਼ਕਤੀ ਹੈ, ਇਹ ਸਾਡੇ ਕਰਤੱਵ ਕੌਤਕ ਨੇ, ਤੁਹਾਡੀ ਕਿਰਪਾ ਹੈ। ਅਰਪਿਓ ਰਾਵਰ ਕੇ ਪਗ ਸੀਸ, ਸੂਰਮੇ ਬੇਨਤੀਆਂ ਕਰਦੇ ਆ ਮਹਾਰਾਜ ਅਸੀਂ ਤਾਂ ਆਪਣਾ ਸੀਸ ਤੁਹਾਨੂੰ ਭੇਟ ਕਰ ਦਿੱਤਾ ਹੈ। ਹਮੈ ਪ੍ਰਵਾਹ ਨਾ ਹੈ ਜਗਦੀਸ਼, ਇਹ ਜਗਤ ਦੇ ਮਾਲਕ ਸਤਿਗੁਰੂ ਤੁਹਾਨੂੰ ਕਿਸੇ ਦੀ ਪਰਵਾਹ ਨਹੀਂ ਹੈ, ਕਿਉਂਕਿ ਬਾਦਸ਼ਾਹ ਦੇ ਰਾਜ ਵਿੱਚ ਨਾ ਕੋਈ ਕਲੰਗੀ ਲਾ ਸਕਦਾ ਸੀ, ਨਾ ਕੋਈ ਘੋੜੇ ਦੀ ਸਵਾਰੀ ਕਰ ਸਕਦਾ ਸੀ, ਨਾ ਨਗਾਰਾ ਵਜਾ ਸਕਦਾ ਸੀ। ਇਹ ਮੇਰੇ ਸਤਿਗੁਰੂ ਜੀ ਨੇ ਜਿੱਥੇ ਬਾਦਸ਼ਾਹ ਦੇ ਤਖਤ ਤੋਂ ਉੱਚਾ ਤਖਤ ਅਕਾਲ ਤਖਤ ਰਚਿਆ, ਉੱਥੇ ਮਹਾਰਾਜ ਨੇ ਘੋੜੇ ਦੀ ਸਵਾਰੀ ਆਪ ਕੀਤੀ ਤੇ ਨਿਮਾਣਿਆਂ ਤੇ ਨਿਤਾਣਿਆਂ ਲਤਾੜਿਆਂ ਹੋਇਆਂ ਨੂੰ ਘੋੜੇ ਦੀ ਸਵਾਰੀ ਕਰਾਈ। ਜਿੱਥੇ ਮਹਾਰਾਜ ਨੇ ਘੋੜੇ ਦੀ ਸਵਾਰੀ ਆਪ ਕੀਤੀ ਤੇ ਕਰਾਈ, ਉੱਥੇ ਮਹਾਰਾਜ ਧੌਂਸੇ ਤੇ ਨਗਾਰੇ ਵੀ ਵਜਵਾਏ। ਮਹਾਰਾਜ ਨੂੰ ਕਹਿ ਰਹੇ ਆ ਮਹਾਰਾਜ ਤੁਸੀਂ ਐਸੇ ਬੇਪਰਵਾਹ ਹੋ। ਦੋਹੇ ਲੋਕਨ ਕੀ ਚਾਹੇ ਕਲਿਆਣ, ਸੂਰਮੇ ਬੇਨਤੀਆਂ ਕਰਦੇ ਆ ਮਹਾਰਾਜ ਅਸੀਂ ਤਾਂ ਦੋਵਾਂ ਲੋਕਾਂ ਦੀ ਕਲਿਆਣ ਮੁਕਤੀ ਚਾਹੁੰਦੇ ਆ। ਪਰੇ ਸ਼ਰਨ ਰਾਵਰ ਕੀ ਆਣ, ਦੋਵਾਂ ਲੋਕਾਂ ਦੇ ਵਿੱਚ ਰੱਖਿਆ ਲਈ ਮੁਕਤੀ ਲਈ ਕਲਿਆਣ ਖਾਤਰ ਤੁਹਾਡੀ ਸ਼ਰਨ ਵਿੱਚ ਆਏ ਹਾਂ। ਇਸ ਵਿਦ ਬਹੁਤ ਵੀਰ ਰਸ ਵਧੇ, ਇਉਂ ਸੂਰਮਿਆਂ ਦੇ ਵਿੱਚ ਬੜਾ ਵੀਰ ਰਸ ਭਾਰੀ ਵੱਧ ਰਿਹਾ ਹੈ। ਆਜੁਦ ਵਿਦਿਆ ਕੋ ਨਿਤ ਸਦੇ, ਨਿਤ ਸ਼ਸਤਰ ਵਿਦਿਆ ਦਾ ਅਭਿਆਸ ਸੂਰਮੇ ਕਰਦੇ ਆ। ਜੋਦਾ ਬ੍ਰਿੰਦ ਬਿਲੰਦ ਆਨੰਦਤ, ਜਿਹੜੇ ਯੋਧੇ ਆ ਬੜੀ ਖੁਸ਼ੀ ਪਾਉਂਦੇ ਆ, ਬੜਾ ਆਨੰਦ ਲੈਂਦੇ ਆ। ਤੁਸੀਂ ਇਤਿਹਾਸ ਦੇ ਸਰੋਤੇ ਹੋ। ਸਤਿਗੁਰੂ ਮਹਾਰਾਜ ਨੇ ਬਾਲ ਰੂਪ ਵਿੱਚ ਪੈਂਦੇ ਖਾਂ ਨੂੰ ਕੋਲ ਰੱਖਿਆ ਤੇ ਪਾਲਿਆ। ਕਿਵੇਂ ਸਤਿਗੁਰੂ ਮਹਾਰਾਜ ਇੱਕ ਅਫਸਰ ਝੋਟੀ ਦਾ ਪੂਰਾ ਦੁੱਧ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਾੜ ਕੇ ਵਿੱਚ ਮੇਵਿਆਂ ਸਮੇਤ ਉਸ ਪੈਂਦੇ ਖਾਂ ਨੂੰ ਰੋਜ਼ ਸਿਖਾਉਂਦੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ। ਉਹਨੂੰ ਇੰਨਾ ਬਲੀ ਬਣਾ ਦਿੱਤਾ ਸੀ, ਉਹ ਹੱਥ ਦੇ ਵਿੱਚ ਉਂਗਲ ਤੇ ਅੰਗੂਠੇ ਦੇ ਵਿੱਚ ਜੇ ਇੱਕ ਸਿੱਕਾ ਰੱਖ ਲੈਂਦਾ ਤੇ ਉਹਨੂੰ ਮਸਲਦਾ ਤਾਂ ਉਹਦੇ ਅੱਖਰ ਮੇਟ ਦਿੰਦਾ ਸੀ। ਆਪਸ ਵਿੱਚ ਭਿੜਦੇ ਹੋਏ ਦੋ ਸਾਨਾਂ ਦੇ ਵਿਚਕਾਰ ਆ ਕੇ
ਉਹਨਾਂ ਦੇ ਸਿੰਘ ਫੜ ਕੇ ਉਹਨਾਂ ਨੂੰ ਵਿਚਾਲਿਓਂ ਫੜ ਕੇ ਰੋਕ ਦਿੰਦਾ ਸੀ। ਮਹਾਰਾਜ ਨੇ ਏਡੇ ਏਡੇ ਯੋਧੇ ਬਲੀ ਸੂਰਮੇ ਪੈਦਾ ਕੀਤੇ, ਇਸੇ ਲਈ ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਬਹੁ ਪਰਉਪਕਾਰੀ। ਸਤਿਗੁਰੂ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਆ ਤੇ ਯੋਧਿਆਂ ਵਿੱਚ ਵੀਰ ਰਸ ਵੱਧਦਾ ਹੈ। ਗੁਰ ਸੁਖ ਕੰਦ ਬੰਦ ਕਰ ਬੰਦਤ, ਸਤਿਗੁਰੂ ਮਹਾਰਾਜ ਸੁੱਖਾਂ ਦਾ ਮੂਲ ਨੇ। ਸਤਿਗੁਰੂ ਅੱਗੇ ਸਾਰੇ ਸਿੱਖ ਇਉਂ ਹੱਥ ਜੋੜਦੇ ਆ। ਸਰਬ ਦਰਬ ਲੈ ਸਦਨ ਪੁਚਾਵੈ, ਜਿਹੜੇ ਸੂਰਮੇ ਆ ਤਨਖਾਹਾਂ ਜਦੋਂ ਮਿਲਦੀਆਂ ਨਾ, ਉਹ ਤਨਖਾਹ ਆਪਣੇ ਘਰਾਂ ਨੂੰ ਭੇਜ ਦਿੰਦੇ ਆ ਪਿੱਛੇ, ਭੋਜਨ ਦੇਗ ਵਿਖੇ ਨਿਤ ਖਾਵੈ। ਕਿਉਂਕਿ ਤਨਖਾਹ ਵਰਤਣ ਦੀ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ। ਉਹਨਾਂ ਨੂੰ ਕਹਿੰਦੇ ਭੋਜਨ ਲੰਗਰ ਚੋਂ ਮਿਲਦਾ, ਚੰਗਾ ਚੋਖਾ ਲੰਗਰ ਚੋਂ ਪਦਾਰਥ ਛਕਦੇ ਆ। ਸ਼ਸਤਰ ਬਸਤਰ ਬਖਸ਼ੇ ਭਟ ਗਨ ਕੋ, ਜਿਹੜੇ ਸ਼ਸਤਰ ਨੇ ਉਹ ਗੁਰੂ ਤੋਂ ਮਿਲਦੇ ਆ, ਬਸਤਰ ਆ ਗੁਰੂ ਘਰ ਚੋਂ ਮਿਲਦੇ ਆ। ਜੋ ਅਬੇ ਲਾਖਤ ਮਹਿਰਮਨ ਰਨ ਕੋ, ਕਹਿੰਦੇ ਏਦੂ ਬਿਨਾ ਜੋ ਮੰਗਦੇ ਉਹ ਵੀ ਮਿਲ ਜਾਂਦਾ ਹੈ। ਏਮ ਨਿਤ ਪ੍ਰਤ ਅਬ ਅਤ ਚਿਤ ਉਤਸ਼ਾਹਤ, ਇਉਂ ਸੂਰਮਿਆਂ ਵਿੱਚ ਰੋਜ਼ਾਨਾ ਸਤਿਗੁਰੂ ਦੀ ਫੌਜ ਵਿੱਚ ਉਤਸ਼ਾਹ ਵੱਧ ਰਿਹਾ ਹੈ। ਚਮੂ ਸਹਿਤ ਗੁਰ ਕਾਨਨ ਗਾਹਤ, ਸਤਿਗੁਰੂ ਫੌਜ ਸਮੇਤ ਜੰਗਲ ਦੇ ਵਿੱਚ ਕਹਿੰਦੇ ਵਿਚਰਦੇ ਆ। ਸੂਰਹਿ ਬਾਜ ਬਿਹੰਗ ਪਕਰਾਵੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਜ ਛੱਡਦੇ ਆ ਤੇ ਬਾਜ ਛੱਡ ਕੇ ਗਰੀਬ ਨਵਾਜ ਜਿਹੜੇ ਪੰਛੀ ਆ ਉਹਨਾਂ ਨੂੰ ਪਕੜਾਉਂਦੇ ਹਨ। ਸਵਾਨਣ ਤੇ ਮਿਰਗ ਸੁਸਾਗ ਹਾਵੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਇਉਂ ਕੁੱਤਿਆਂ ਨੂੰ ਮਗਰ ਪਾ ਕੇ ਸ਼ਿਕਾਰੀਆਂ ਨੂੰ ਸਹੇ ਆਦਿਕ ਪਕੜਾਉਂਦੇ ਹਨ। ਗਣ ਜੋਧਾ ਆ ਯੁੱਧ ਤੇ ਮਾਰੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੇ ਸੂਰਮੇ ਉਹ ਸ਼ਸਤਰਾਂ ਨਾਲ ਸ਼ਿਕਾਰ ਖੇਡਦੇ ਆ। ਕਰੇ ਅਖੀਰ ਜੀਵ ਸੰਘਾਰੈ, ਇਉਂ ਸ਼ਿਕਾਰ ਬਿਰਤੀ ਧਾਰ ਕੇ ਬੇਅੰਤ ਕਹਿੰਦੇ ਜੀਵਾਂ ਦਾ ਉਧਾਰ ਕਰਦੇ ਆ। ਜਿਮ ਰਗਬਰ ਗਨ ਸੈਨ ਸਕੇਲੇ, ਜਿਵੇਂ ਸ੍ਰੀ ਰਾਮਚੰਦਰ ਜੀ ਨੇ ਤ੍ਰੇਤੇ 'ਚ ਬਹੁਤੀ ਫੌਜ ਰੱਖੀ ਸੀ। ਸਰਜੂ ਤੀਰ ਅਖੀਰ ਸੁਖੇਲੇ, ਜਿਹੜੀ ਸਰਜੂ ਨਦੀ ਹੈ, ਸਰਜੂ ਦਰਿਆ ਦੇ ਕੰਢੇ ਨਦੀ ਦੇ ਕੰਢੇ ਕਹਿੰਦੇ ਇਸ ਤਰ੍ਹਾਂ ਸ਼ਿਕਾਰ ਬਿਰਤੀ ਧਾਰ ਕੇ ਸ੍ਰੀ ਰਾਮਚੰਦਰ ਜੀ ਜਿਵੇਂ ਸ਼ਿਕਾਰ ਖੇਡਦੇ ਸਨ। ਗਣ ਜਾਦਵ ਕੋ ਸੰਗ ਚੜਾਏ, ਜਿਵੇਂ ਦੁਆਪਰ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਜੀ ਸ੍ਰੀ ਕ੍ਰਿਸ਼ਨ ਅਵਤਾਰ ਉਸ ਵੇਲੇ ਦੇ ਜਿਵੇਂ ਆਪਣੇ ਸਾਥੀ ਜਾਦਵਾਂ ਨੂੰ ਨਾਲ ਲੈ ਕਰਕੇ ਜਥਾ ਕ੍ਰਿਸ਼ਨ ਕਾਨਨ ਫਿਰ ਆਏ, ਜੰਗਲ ਵਿੱਚ ਸ੍ਰੀ ਕ੍ਰਿਸ਼ਨ ਜੀ ਜਿਵੇਂ ਸ਼ਿਕਾਰ ਖੇਡਦੇ ਸਨ। ਅਪਰ ਮਹਾ ਧਰਮਾਤਮ ਰਾਜੇ, ਹੋਰ ਵੀ ਵੱਡੇ ਵੱਡੇ ਧਰਮਾਤਮਾ ਮਹਾਤਮਾ ਜਿਹੜੇ ਰਾਜੇ ਹੋਏ ਨੇ। ਵਿਚਰੇ ਬਨ ਅਖੇਰ ਬ੍ਰਿਤ ਕਾਜੇ, ਜੰਗਲ ਦੇ ਵਿੱਚ ਕਹਿੰਦੇ ਸ਼ਿਕਾਰ ਦੇ ਬਹਾਨੇ ਜੀਆਂ ਦਾ ਉਧਾਰ ਕਰਦੇ ਨੇ। ਤਿਮ ਸ੍ਰੀ ਸਤਿਗੁਰ ਹਰਿ ਗੋਬਿੰਦ, ਐਵੇਂ ਮੇਰੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਕਰਹਿ ਸ਼ਿਕਾਰ ਬਿਹਾਰ ਬਿਲੰਦ, ਸੂਰਮਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਜਾਂਦੇ ਆ। ਇਹਦੇ ਨਾਲ ਦੋ ਕਾਰਜ ਹੁੰਦੇ ਆ ਸੰਗਤ ਜੀ। ਇੱਕ ਤਾਂ ਸ਼ਸਤਰ ਵਿਦਿਆ ਦਾ ਅਭਿਆਸ ਹੁੰਦਾ ਸੂਰਮਿਆਂ ਦਾ, ਸ਼ਸਤਰ ਚਲਾਉਣ ਦਾ ਅਭਿਆਸ ਹੁੰਦਾ, ਦੂਰੋਂ ਸਿਸਤ ਬੰਨਣੀ ਨਿਸ਼ਾਨਾ ਲਾਉਣਾ। ਦੂਸਰਾ ਨਾਲ ਸਤਿਗੁਰੂ ਜੀ ਫਿਰ ਇਹ ਤਾਂ ਸਤਿਗੁਰੂ ਹੀ ਜਾਣਦੇ ਆ ਨਾ ਵੀ ਇਹ ਜਿਹੜਾ ਜੀਵ ਦਾ ਸ਼ਿਕਾਰ ਕੀਤਾ ਜਾ ਰਿਹਾ ਇਹਦੇ ਵਿੱਚ ਕੌਣ ਰੂਹ ਆ। ਇਹ ਤਾਂ ਮੇਰੇ ਸਤਿਗੁਰੂ ਹੀ ਜਾਣਦੇ ਆ ਨਾ। ਜਿਵੇਂ ਇਤਿਹਾਸ 'ਚ ਬੇਅੰਤ ਐਸੇ ਪ੍ਰਸੰਗ ਆਉਂਦੇ ਆ, ਮੈਂ ਇਸ ਪਾਸੇ ਨਾ ਜਾਵਾਂ। ਸਤਿਗੁਰੂ ਮਹਾਰਾਜ ਭਲੇ ਹਿਤ ਪਰਉਪਕਾਰ ਹਿਤ ਇਹ ਕਾਰਜ ਕਰਾ ਰਹੇ ਨੇ। ਚਮੂ ਚੜੇ ਨਭ ਮਹਾਰਾਜ ਸ਼ਾਵੈ, ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਫੌਜ ਹੈ ਜਦੋਂ ਸ਼ਿਕਾਰ ਖੇਡਣ ਜਾਂਦੇ ਆ ਨਾ, ਫੌਜ ਨਿਕਲਦੀ ਆ ਬਾਹਰ, ਉਸ ਵੇਲੇ ਘੋੜਿਆਂ ਦੀਆਂ ਟਾਪਾਂ ਦੇ ਨਾਲ ਘੋੜਿਆਂ ਦੇ ਖੁਰਾਂ ਦੇ ਨਾਲ ਜਿਹੜੀ ਮਿੱਟੀ ਆਕਾਸ਼ ਨੂੰ ਉੱਡਦੀ ਆ, ਆਕਾਸ਼ 'ਚ ਛਾ ਜਾਂਦੀ ਹੈ। ਛੁਟੈ ਤੁਫੰਗਨ ਸ਼ਬਦ ਉਠਾਵੈ, ਜਦੋਂ ਸੂਰਮੇ ਗੋਲੀਆਂ ਚਲਾਉਂਦੇ ਆ ਨਾ ਇਕੱਠੇ, ਉਸ ਵੇਲੇ ਆਕਾਸ਼ ਦੇ ਵਿੱਚ ਕਹਿੰਦੇ ਜਿਵੇਂ ਬੱਦਲ ਗਰਜਦਾ ਭਾਰੀ ਆਵਾਜ਼ ਉੱਠਦੀ ਹੈ। ਮਹਾ ਕੁਦਾਏ ਭਲਾਏ ਤੁਰੰਗ, ਸੂਰਮੇ ਬੜੇ ਚਾਅ ਨਾਲ ਕੋਈ ਘੋੜੇ ਨੂੰ ਕੁਦਾ ਨਚਾ ਰਿਹਾ, ਕੋਈ ਭਜਾ ਰਿਹਾ ਹੈ। ਅਸ ਸੋਬਤ ਜਨ ਜਾਹੇ ਕੁਰੰਗ, ਇਉਂ ਕਹਿੰਦੇ ਸਤਿਗੁਰੂ ਮਹਾਰਾਜ ਦੇ ਸੂਰਮਿਆਂ ਦੇ ਘੋੜੇ ਜਾਂਦੇ ਸੋਭਾ ਪਾ ਰਹੇ ਆ। ਦਿਨ ਪ੍ਰਤ ਸਤਿਗੁਰ ਚਾਰ ਸਰੀਰ, ਇਧਰ ਮੇਰੇ ਸਤਿਗੁਰੂ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਆ ਸੰਗਤ ਜੀ, ਉਸ ਵੇਲੇ ਵਿਦਵਾਨਾਂ ਦੀ ਕੁਝ ਦੀ ਰਾਏ ਆ ਵੀ ਸਤਿਗੁਰੂ ਜੀ ਦੇ ਸਰੀਰ ਦੀ ਉਮਰ 11 ਵਰ੍ਹੇ ਸੀ। ਹੁਣ ਸਤਿਗੁਰੂ ਮਹਾਰਾਜ ਦਾ ਸਰੀਰ ਦਿਨੋਂ ਦਿਨ ਜਵਾਨ ਹੋ ਰਿਹਾ ਤੇ ਸਰੀਰ ਕਹਿੰਦੇ ਬਲਸ਼ਾਲੀ ਹੋ ਰਿਹਾ ਹੈ। ਬਲ ਜੁਤ ਬੰਦੇ ਹਿਰਦੇ ਬਹੁਤ ਧੀਰ, ਸਤਿਗੁਰੂ ਜੀ ਦਾ ਜਿੱਥੇ ਸਰੀਰ ਬਲਵਾਨ ਹੋ ਰਿਹਾ ਓਨੇ ਹੀ ਧੀਰਜ ਧਾਰੀ ਹੋ ਰਹੇ ਹਨ। ਚਰਨ ਬਿਲੰਦ ਮ੍ਰਿਦੁਲ ਅਰਬਿੰਦ, ਹੁਣ ਸਤਿਗੁਰੂ ਜੀ ਦੇ ਸਰੀਰ ਦੇ ਕੱਲੇ ਕੱਲੇ ਅੰਗ ਦੀ ਸ਼ੋਭਾ ਕਰਨਗੇ ਭਾਈ ਸਾਹਿਬ।
ਪਹਿਲੋਂ ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਨੇ ਉਹ ਇਉਂ ਕੋਮਲ ਨੇ, ਜਿਵੇਂ ਕਹਿੰਦੇ ਕਮਲ ਦੇ ਫੁੱਲ ਦੀਆਂ ਪੰਖੜੀਆਂ ਕੋਮਲ ਹਨ। ਨਖ ਸੁੰਦਰ ਜੁਤ ਅੰਗੁਰੀ ਬ੍ਰਿੰਦ, ਜਿੰਨੀਆਂ ਕਹਿੰਦੇ ਚਰਨਾਂ ਤੇ ਉਂਗਲੀਆਂ ਨੇ, ਉਹ ਉਂਗਲੀਆਂ 'ਚ ਜਿਹੜੇ ਨਹੁੰ ਨੇ ਉਹ ਵੀ ਬੜੇ ਸ਼ੋਭਾ ਪਾਉਂਦੇ ਆ, ਸੋਹਣੇ ਹਨ। ਏਡੀ ਜੁਗਤ ਅਰੁਣ ਹੈ ਬਰਣਾ, ਏਡੀ ਕਹਿੰਦੇ ਜਿਹੜੀ ਅੱਡੀ ਆ ਉਹ ਕੋਈ ਫਟੀ ਹੋਈ ਨਹੀਂ ਹੈ, ਉਹ ਕੋਈ ਮੈਲ ਨਾਲ ਨਹੀਂ ਭਰੀ ਹੋਈ। ਅੱਡੀ ਸਮੇਤ ਸਤਿਗੁਰੂ ਜੀ ਦੇ ਜਿਹੜੇ ਚਰਨ ਨੇ ਉਹ ਲਾਲ ਨੇ, ਜਿਵੇਂ ਕਮਲ ਫੁੱਲ ਹੁੰਦਾ ਹੈ। ਗੁਲਫ ਉਤੰਗ ਸ਼ੁਭੋ ਪਰ ਚਰਣਾ, ਚਰਨਾਂ ਤੇ ਜਿਹੜਾ ਗੁਲਫ ਗਿੱਟਾ ਹੈ ਉਹ ਵੀ ਕਈਆਂ ਦਾ ਬਹਿ ਬਹਿ ਕੇ ਕਾਲਾ ਹੋ ਜਾਂਦਾ, ਅੱਟਣ ਪੈ ਜਾਂਦੇ ਆ। ਪਰ ਮੇਰੇ ਸਤਿਗੁਰੂ ਜੀ ਦਾ ਕਹਿੰਦੇ ਜਿਹੜੇ ਗੁਲਫ ਗਿੱਟਾ ਗਾ ਚਰਨਾਂ ਤੇ ਉਹ ਵੀ ਉਤੰਗ ਉੱਚਾ ਗਾ, ਬੜੀ ਸ਼ੋਭਾ ਪਾਉਂਦਾ ਹੈ। ਜਾਨੋ ਜੰਗ ਮਹਾਂ ਦਿੜ ਹੋਏ, ਤੇ ਸਤਿਗੁਰੂ ਜੀ ਦੇ ਜਿਹੜੇ ਜਾਨੋਂ ਗੋਡੇ ਨੇ, ਜੰਗ ਲੱਤਾਂ ਨੇ, ਜਿਵੇਂ ਗੋਡੇ ਕਈਆਂ ਦੇ ਭਿੜਦੇ ਹੋਣ ਤਾਂ ਉਹਨਾਂ ਨੂੰ ਫੌਜ 'ਚ ਨਹੀਂ ਰੱਖਿਆ ਜਾਂਦਾ। ਮੇਰੇ ਸਤਿਗੁਰੂ ਮਹਾਰਾਜ ਦੇ ਜਿਹੜੇ ਗੋਡੇ ਨੇ ਬੜੇ ਸ਼ੋਭਾ ਵਾਲੇ ਨੇ, ਦੋਵੇਂ ਜਿਹੜੀਆਂ ਲੱਤਾਂ ਨੇ ਉਹ ਕਹਿੰਦੇ ਇਉਂ ਸ਼ੋਭਦੀਆਂ ਨੇ। ਮਨਹੁ ਓਜ ਜੇ ਕੇ ਥੰਬ ਖਰੋਏ, ਮਨ ਨੂੰ ਦੇਖਣ ਵਾਲੇ ਨੂੰ ਲੱਗਦਾ ਵੀ ਇਹ ਦੋ ਲੱਤਾਂ ਨਹੀਂ, ਇਹ ਦੋ ਥੰਮਲੇ ਆ। ਇੰਨੇ ਬਲ ਵਾਲੇ ਸਤਿਗੁਰੂ ਜੀ ਦੇ ਸਰੂਪ ਦੀਆਂ ਦੋਵੇਂ ਲੱਤਾਂ ਹਨ। ਆਜਿਤ ਛਾਤੀ ਅਤਸ਼ੈ ਗਾਡੇ, ਤੇ ਸਤਿਗੁਰੂ ਮਹਾਰਾਜ ਦੀ ਜਿਹੜੀ ਛਾਤੀ ਆ ਬਹੁਤ ਚੌੜੀ ਆ। ਜੇ ਕਿਸੇ ਨੇ ਸਤਿਗੁਰੂ ਜੀ ਦੇ ਸਰੂਪ ਨੂੰ ਜਾਣਨਾ ਹੋਵੇ ਤਾਂ ਕਢਾਣੀ ਸਤਿਗੁਰੂ ਮਹਾਰਾਜ ਜੀ ਦਾ 52 ਕਲੀਆਂ ਵਾਲਾ ਚੋਲਾ ਪਿਆ, ਕਿਤੇ ਚੋਲੇ ਦੇ ਦਰਸ਼ਨ ਕਰੋ, ਮਨ 'ਚ ਖਿਆਲ ਹੀ ਬਣਾ ਕੇ ਵੇਖੋ ਵੀ ਚੋਲੇ ਤੇ 52 ਕਲੀਆਂ ਲੱਗੀਆਂ ਹੋਣਗੀਆਂ ਤੇ ਕੈਸਾ ਸਤਿਗੁਰੂ ਜੀ ਦਾ ਜੁੱਸੇ ਵਾਲਾ ਸਰੀਰ ਹੋਵੇਗਾ। ਸਤਿਗੁਰੂ ਮਹਾਰਾਜ ਦੀ ਛਾਤੀ ਕਹਿੰਦੇ ਇੰਨੀ ਚੌੜੀ ਹੈ, ਬਜਰ ਕਪਾਟ ਕਠਨ ਰਿਪ ਠਾਂਡੇ, ਕਹਿੰਦੇ ਮਾਨੋ ਛਾਤੀ ਨੇ 2 ਦਰਵਾਜ਼ੇ ਲੱਗੇ ਹੋਏ ਆ ਬੈਰੀਆਂ ਦੇ ਦਲਾਂ ਨੂੰ ਰੋਕਣ ਵਾਸਤੇ। ਮਾਨੋ ਕਹਿੰਦੇ 2 ਭਾਰੀ ਦਰਵਾਜ਼ੇ ਲੱਗੇ ਹੋਏ ਨੇ। ਉਦਰ ਛਤਰਵਲੀ ਸੁੰਦਰ ਸੋਹਤ, ਸਤਿਗੁਰੂ ਮਹਾਰਾਜ ਦਾ ਜਿਹੜਾ ਉਦਰ ਪੇਟ ਹੈ ਉਹ ਤੇ ਤ੍ਰਿਵਲੀ, ਇਹ ਸਰੀਰ ਦੇ ਅੰਗਾਂ ਦੀ ਸ਼ੋਭਾ ਦੇ ਚਿੰਨ੍ਹ ਨੇ ਵਿਦਵਾਨਾਂ ਦੀ ਦੁਨੀਆ 'ਚ। ਕਹਿੰਦੇ ਸਤਿਗੁਰੂ ਜੀ ਦਾ ਜਿਹੜਾ ਉਦਰ ਪੇਟ ਹੈ ਉਹ ਤੇ 3 ਬਲ ਪੈਂਦੇ ਹਨ। ਨਾਭ ਗੰਭੀਰ ਦਿਖਤ ਚਿਤ ਮੋਹਤ, ਤੇ ਸਤਿਗੁਰੂ ਜੀ ਦੀ ਜਿਹੜੀ ਨਾਭੀ ਹੈ ਬੜੀ ਗੰਭੀਰ ਆ, ਮਨ ਨੂੰ ਮੋਹਣ ਵਾਲੀ ਆ। ਬਾਹੋ ਅਜਾਨ ਸੁਅਸ ਅਨੁਮਾਨੋ, ਗੁਰਸਿੱਖੋ ਸਤਿਗੁਰੂ ਜੀ ਦੀਆਂ ਜਿਹੜੀਆਂ ਬਾਹਾਂ ਨੇ ਉਹਨੂੰ ਇਉਂ ਜਾਣੋ ਵੀ ਐਸੀਆਂ ਨੇ ਸ਼ੁਭਦ ਕਰੀ ਕਰ ਬਲੀ ਮਹਾਨੋ, ਜਿਵੇਂ ਕਹਿੰਦੇ ਹਾਥੀ ਦਾ ਸੁੰਡ ਬੜਾ ਬਲੀ ਹੁੰਦਾ। ਵੱਡੇ ਤੋਂ ਵੱਡੇ ਦਰਖਤ ਨੂੰ ਹਾਥੀ ਸੁੰਡ ਦਾ ਬਲ ਪਾ ਕੇ ਜੜ ਤੋਂ ਪੁੱਟ ਦਿੰਦਾ ਹੈ, ਭਾਰੀ ਤੋਂ ਭਾਰੀ ਚੀਜ਼ ਨੂੰ ਸੁੰਡ ਦੇ ਨਾਲ ਚੁੱਕ ਦਿੰਦਾ ਹੈ। ਜਿਵੇਂ ਹਾਥੀ ਦਾ ਸੁੰਡ ਆ ਨਾ, ਇਉਂ ਸਤਿਗੁਰੂ ਜੀ ਦੀਆਂ ਬਾਹਾਂ ਹਨ। ਦਿਪਤ ਪ੍ਰਚੰਡ ਬੜੇ ਦੁਜ ਬੁਜ ਦੰਡ, ਸਤਿਗੁਰੂ ਮਹਾਰਾਜ ਦੇ ਜਿਹੜੇ ਭੁਜਦੰਡ ਮੋਢੇ ਨੇ, ਡੌਲੇ ਨੇ, ਬੜੇ ਪ੍ਰਚੰਡ ਹਨ। ਮਨਹੁ ਬਜਰ ਕੇ ਇਹ ਜੁਗ ਖੰਡ, ਮਾਨੋ ਜਿਹੜੇ ਦੋਵੇਂ ਡੌਲੇ ਆ ਨਾ ਸਤਿਗੁਰੂ ਮਹਾਰਾਜ ਦੇ, ਇਉਂ ਲਾ ਲਓ ਵੀ ਜਿਵੇਂ ਜਿਹੜਾ ਸਵਰਗ ਦਾ ਰਾਜਾ ਇੰਦਰ ਆ ਉਹਦੇ ਹੱਥ 'ਚ ਇੱਕ ਸ਼ਸਤਰ ਹੈ, ਉਹ ਸ਼ਸਤਰ ਦਾ ਨਾਮ ਹੈ ਵੱਜਰ। ਉਹ ਸ਼ਸਤਰ ਸਭ ਤੋਂ ਤਕੜਾ, ਸਭ ਤੋਂ ਬਲਸ਼ਾਲੀ ਮੰਨਿਆ। ਮਾਨੋ ਕਹਿੰਦੇ ਸਤਿਗੁਰੂ ਜੀ ਦੇ ਜਿਹੜੇ ਦੋਵੇਂ ਮੋਢੇ ਆ ਨਾ ਉਹ 2 ਵੱਜਰ ਨੇ, ਇੱਕ ਨਹੀਂ, ਕਹਿੰਦੇ ਦੋਵੇਂ ਪਾਸੇ ਮਾਨੋ ਵੱਜਰ ਹੀ ਜੜੇ ਹੋਏ ਨੇ। ਤੁੰਗ ਸਕੰਦਨ ਤੇ ਬੋ ਸ਼ੈਲ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜੇ ਮੋਢੇ ਆ ਉਹ ਉੱਪਰ ਨੂੰ ਉੱਠੇ ਹੋਏ ਆ, ਉਹ ਕਿਵੇਂ ਲੱਗਦੇ ਨੇ? ਜਿਮ ਕ੍ਰਿਖਚਰ ਸੋਨੋ ਬੜ ਬੈਲ, ਜਿਵੇਂ ਕਹਿੰਦੇ ਸੁੰਨੇ ਖੇਤ ਦੇ ਵਿੱਚ ਚਰਨ ਵਾਲਾ ਜਿਹੜਾ ਬਲਦ ਆ ਨਾ ਉਹਦਾ ਜਿਹੜਾ ਉੱਪਰ ਨੂੰ ਉੱਠਿਆ ਹੋਇਆ ਮੋਢਾ ਹੁੰਦਾ, ਇਹੋ ਜਿਹੇ 2 ਮੋਢੇ ਆ। ਭਾਈ ਸਾਹਿਬ ਨੇ ਦੇਖੋ ਕੈਸੀ ਸੁੰਦਰਤਾ ਸਤਿਗੁਰੂ ਦੇ ਸਰੂਪ ਦੀ ਵੱਧੀ ਆ। ਮੇਰੇ ਸਤਿਗੁਰੂ ਨੇ ਜਦੋਂ ਅਨਾਥ ਪੈਂਦੇ ਖਾਂ ਨੂੰ, ਜਿਹਦੇ ਸਿਰ ਤੋਂ ਮਾਂ ਪਿਓ ਦਾ ਸਾਇਆ ਹੈ ਨਹੀਂ ਸੀ, ਉਹਨੂੰ ਪਾਲਿਆ ਸੀ ਨਾ, ਉਹਦੇ ਨਾਲ ਚੋਜ ਬੜੇ ਕਰਦੇ ਮਹਾਰਾਜ। ਰੋਜ਼ ਮਹਾਰਾਜ ਘੋੜੇ ਤੇ ਸਵਾਰ ਹੋ ਜਾਣਾ ਤੇ ਪੈਂਦੇ ਖਾਂ ਨੂੰ ਕਹਿਣਾ ਵੀ ਸਾਨੂੰ ਚੱਕ। ਹੁਣ ਜਿਵੇਂ ਪਿਓ ਬੱਚੇ ਨਾਲ ਲਾਡ ਕਰਦਾ ਨਾ, ਛੋਟੇ ਹੁੰਦਿਆਂ ਬੱਚੇ ਦੇ ਹੁਣ ਕਈ ਵਾਰੀ ਪਿਤਾ ਆਪਣੇ ਕੰਧੇੜੇ ਚੜਾ ਲੈਂਦਾ, ਕਈ ਵਾਰੀ ਆਪ ਘੋੜਾ ਬਣ ਕੇ ਬੱਚੇ ਨੂੰ ਸਵਾਰੀ ਕਰਕੇ ਵਿਖਾਉਂਦਾ,
ਪਰ ਵੱਡੇ ਹੋਏ ਆ, ਜੇ ਛੋਟੇ ਹੋਏ ਆ ਬੱਚਾ ਕਿਤੇ ਮੂੰਹ ਤੇ ਮਾਰੇ ਉਹਨੂੰ ਲਾਡ ਕਰਦਾ, ਚੁੰਮਦਾ। ਜੇ ਕਿਤੇ ਵੱਡੇ ਹੋਇਆ ਚਪੇੜ ਮਾਰੇ ਉਹ ਹੀ ਮਾਰਨ ਦਾ ਕੰਮ ਬਣ ਜਾਂਦਾ। ਇਹ ਲਾਡ ਦਾ ਤੇ ਅਸਲੀਅਤ ਦਾ ਫਰਕ ਹੁੰਦਾ। ਇਵੇਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਰੋਜ਼ ਜਦੋਂ ਕਸਰਤ ਹੋਇਆ ਕਰੇ, ਘੋੜੇ ਦੇ ਚੜੇ ਹੋਏ ਮਹਾਰਾਜ ਹੱਸ ਕੇ ਕਿਹਾ ਕਰਨ, ਪੈਂਦੇ ਖਾਂ ਹੁਣ ਤੂੰ ਸਾਨੂੰ ਘੋੜੇ ਚੜਿਆਂ ਸਮੇਤ ਚੁੱਕ। ਤੇ ਪੈਂਦੇ ਖਾਂ ਘੋੜੇ ਦੇ ਥੱਲੇ ਆਪਣੀ ਧੌਣ ਦੇ ਕੇ ਘੋੜੇ ਸਮੇਤ ਛੇਵੇਂ ਪਾਤਸ਼ਾਹ ਨੂੰ ਚੱਕ ਲੈਂਦਾ। ਸਤਿਗੁਰੂ ਮਹਾਰਾਜ ਜਦੋਂ ਘੋੜੇ ਤੇ ਚੜ੍ਹਦੇ 1 ਘੰਟੇ ਤੋਂ ਵੱਧ ਘੋੜਾ ਨਹੀਂ ਸੀ ਕੱਢਦਾ, ਇੰਨਾ ਭਾਰ ਸੀ ਸਤਿਗੁਰੂ 'ਚ, ਛੇਵੇਂ ਪਾਤਸ਼ਾਹ 'ਚ। ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਜੰਗ ਦਾ ਸਮਾਂ ਆਇਆ, ਉਹੀ ਪੈਂਦੇ ਖਾਂ ਨਿਮਕ ਹਰਾਮੀ ਹੋਇਆ, ਬੈਰੀ ਬਣ ਕੇ ਆਇਆ। ਤੇ ਪੈਂਦੇ ਖਾਂ ਨੇ ਮਨ 'ਚ ਸਾਜ਼ਿਸ਼ ਸੋਚੀ ਵੀ ਜਿਵੇਂ ਅੱਗੇ ਚੱਕ ਕੇ ਮਹਾਰਾਜ ਨੂੰ ਮੈਂ ਘੋੜੇ ਸਮੇਤ ਚੁੱਕ ਲੈਂਦਾ ਸੀ, ਘੋੜੇ ਥੱਲੇ ਬਣਨ ਲੱਗਿਆ। ਮਹਾਰਾਜ ਕਹਿੰਦੇ ਪੈਂਦੇ ਖਾਂ ਸੁਚੇਤ ਹੋ, ਉਹ ਪਿਓ ਪੁੱਤ ਵਾਲੀਆਂ ਕਲੋਲਾਂ ਸੀ, ਖੇਡਾਂ ਸੀ, ਉਹ ਤੇਰੇ ਨਾਲ ਲਾਡ ਸੀ, ਅੱਜ ਚੁੱਕ ਕੇ ਵਿਖਾ। ਉਦੋਂ ਮੇਰੇ ਸਤਿਗੁਰੂ ਦੀ ਮਰਜ਼ੀ ਸੀ, ਚੁੱਕ ਲੈਂਦਾ ਸੀ, ਪਰ ਅੱਜ ਮੇਰੇ ਸਤਿਗੁਰੂ ਨੇ ਕੌਤਕ ਵਰਤਾਇਆ, ਹਿਲਾ ਵੀ ਨਹੀਂ ਸਕਿਆ ਘੋੜੇ ਨੂੰ, ਚੁੱਕਣਾ ਤਾਂ ਦੂਰ ਰਿਹਾ। ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਐਸਾ ਸਰੂਪ ਬਲਸ਼ਾਲੀ ਹੈ। ਗਰੀਵਾ ਸਵਾ ਗਿਲਛਤ ਉਚੇਰੀ। ਕਹਿੰਦੇ ਸਤਿਗੁਰੂ ਜੀ ਦੇ ਜਿਹੜੇ ਮੋਢੇ ਆ ਉਹ ਤਾਂ ਇਉਂ ਕਹਿੰਦੇ ਜਿਵੇਂ ਸੁੰਨੇ ਖੇਤ ਵਿੱਚ ਚਰਨ ਵਾਲਾ ਬਲਦ ਹੈ, ਉਹਦਾ ਜਿਹੜਾ ਮੋਢਾ ਉੱਪਰ ਨੂੰ ਨਿਕਲਿਆ ਹੋਇਆ, ਇਉਂ ਸਤਿਗੁਰੂ ਜੀ ਦੇ ਮੋਢੇ ਉੱਚੇ। ਤੇ ਸਤਿਗੁਰੂ ਜੀ ਦੀ ਜਿਹੜੀ ਧੌਣ ਹੈ ਮੋਢਿਆਂ ਤੋਂ ਕਹਿੰਦੇ ਸਵਾ ਗਿੱਠ ਉੱਚੀ ਆ, ਐਸੀ ਸਤਿਗੁਰੂ ਜੀ ਦੀ ਧੌਣ ਹੈ। ਮੁਕਤਾ ਹੀਰਨ ਦਿਪਦ ਘਨੇਰੀ। ਤੇ ਸਤਿਗੁਰੂ ਮਹਾਰਾਜ ਨੇ ਗਲੇ ਵਿੱਚ ਮੋਤੀਆਂ ਦੀਆਂ ਹੀਰਿਆਂ ਦੀਆਂ ਮਾਲਾ ਪਹਿਨੀਆਂ ਨੇ। ਚਿਬਕ ਚਾਰ ਚੌਰੀ ਕੁਛ ਗੋਲ। ਫਿਰ ਸਤਿਗੁਰੂ ਜੀ ਦੀ ਜਿਹੜੀ ਚਿਬਕ ਠੋਡੀ ਹੈ ਬੜੀ ਚਾਰ ਸੁੰਦਰ ਹੈ, ਤੇ ਗੋਲ ਕਹਿੰਦੇ ਗੋਲ ਠੋਡੀ ਹੈ। ਸੁੰਦਰ ਦਮਕਤ ਜੁਗਲ ਕਪੋਲ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਦੋਵੇਂ ਜਿਹੜੀਆਂ ਗੱਲਾਂ ਨੇ ਬਹੁਤ ਕਹਿੰਦੇ ਸੁੰਦਰ ਸੋਹਣੀਆਂ ਨੇ, ਤੇ ਦਮਕਤ ਚਮਕਦੀਆਂ ਨੇ, ਲਾਲ ਹਨ। ਆਦਰ ਮ੍ਰਿਦੁਲ ਯਾਰ ਲਾਲ ਵਿਸਾਲਾ। ਸਤਿਗੁਰੂ ਜੀ ਦੇ ਜਿਹੜੇ ਆਦਰ ਨੇ, ਬੁੱਲ ਨੇ ਦੋਵੇਂ ਬੜੇ ਕਹਿੰਦੇ ਲਾਲੀ ਨਾਲ ਭਰੇ ਹੋਏ ਹਨ। ਹੀਰਨ ਪੰਕਤ ਦੰਤ ਉਚਾਲਾ। ਮਾਨੋ ਕਹਿੰਦੇ ਦੋ ਹੀਰਿਆਂ ਦੀਆਂ ਲੜੀਆਂ ਹੋਣ। ਮੁਸਕਾਵਤ ਐਸੇ ਦਮਕਾਵਤ। ਸਤਿਗੁਰੂ ਮਹਾਰਾਜ ਦੇ ਜਿਹੜੇ ਦੰਦ ਨੇ ਉਹ ਇਉਂ ਸੋਭਾ ਪਾਉਂਦੇ ਆ ਜਦੋਂ ਮੁਸਕਰਾਉਂਦੇ ਨੇ। ਸੰਪੁਟ ਬ੍ਰਿਦਮਾ ਕਲੀ ਲਖਾਵਤ। ਜਿਵੇਂ ਕਹਿੰਦੇ ਗੁੱਲੀਆਂ ਦਾ ਡੱਬਾ ਹੋਵੇ ਨਾ, ਉਹ ਗੁੱਲੀਆਂ ਦੇ ਡੱਬੇ ਵਿੱਚ ਚੰਬੇ ਦੀਆਂ ਕਲੀਆਂ ਹੋਣ, ਇਉਂ ਸਤਿਗੁਰੂ ਜੀ ਦੇ ਲਾਲ ਬੁੱਲਾਂ ਵਿੱਚ ਜਦੋਂ ਮੁਸਕਰਾਉਂਦੇ ਆ ਦੰਦ ਸੋਭਦੇ ਨੇ। ਮੁਖ ਮੰਡਲ ਆਜਤ ਦਿਪਤਾਵੈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁੱਖ ਮੰਡਲ ਹੈ ਨਾ, ਉਹ ਤੇ ਸ਼ਸਤਰ ਪਹਿਨੇ ਹੋਏ ਇਉਂ ਸੋਭਦੇ ਹਨ। ਕਮਲ ਪ੍ਰਫੁੱਲਤ ਮਹਿਤ ਲਖਾਵੈ। ਮਾਨੋ ਕਹਿੰਦੇ ਸਤਿਗੁਰੂ ਜੀ ਦਾ ਉਹ ਜਿਹੜਾ ਮੁੱਖ ਹੈ, ਮਾਨੋ ਕਮਲ ਖਿੜਿਆ ਹੋਇਆ, ਫੁੱਲਾਂ ਵਿੱਚੋਂ ਸਭ ਤੋਂ ਸੋਹਣਾ ਖਿੜਿਆ ਹੋਇਆ ਕਮਲ। ਐਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਸਰੂਪ ਹੈ, ਚਿਹਰਾ ਹੈ, ਐਸਾ ਦਰਸ਼ਨ ਹੈ ਸਤਿਗੁਰੂ ਦਾ। ਸਾਰਦ ਚੰਦ ਮਨੋ ਸੁਖ ਕੰਦ। ਜਿਵੇਂ ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਮੁਖ ਇਉਂ ਆ ਜਿਵੇਂ ਸਰਦੀ ਦਾ ਚੰਦਰਮਾ ਪੂਰਾ ਖਿੜਿਆ ਹੋਇਆ, ਪੂਰਾ ਆਕਾਸ਼ ਵਿੱਚ ਪ੍ਰਕਾਸ਼ ਕਰ ਦਿੰਦਾ, ਇਉਂ ਸਤਿਗੁਰੂ ਹਨੇਰੇ ਮਨਾਂ 'ਚ ਪ੍ਰਕਾਸ਼ ਕਰਨ ਵਾਲੇ। ਬਚਨ ਸ਼ੁਦਾ ਸਰਵਤੇ ਗਨ ਬੁੰਦ। ਸਤਿਗੁਰੂ ਮਹਾਰਾਜ ਦੇ ਮੁਖ ਵਿੱਚੋਂ ਜਦੋਂ ਬਚਨ ਨਿਕਲਦੇ ਆ ਨਾ, ਉਹ ਮਾਨੋ ਕੋਈ ਆਮ ਗੱਲਾਂ ਨਹੀਂ, ਅੰਮ੍ਰਿਤ ਵਚਨ ਨੇ। ਗੁਰ ਰਸਨਾ ਅੰਮ੍ਰਿਤ ਬੋਲਦੀ। ਗੁਰੂ ਸਾਹਿਬ ਦੀ ਬਾਣੀ ਦਾ ਇਹ ਫੈਸਲਾ ਹੈ ਕਿ ਗੁਰੂ ਕੀ ਜਿਹੜੀ ਰਸਨਾ ਹੈ ਉਹ ਅੰਮ੍ਰਿਤ ਬੋਲਦੀ ਹੈ। ਦੀਰਘ ਦਰਸ਼ਨ ਦੇਖਤ ਭਾਵੈ। ਇਉਂ ਸਤਿਗੁਰੂ ਦੇ ਇੱਕ ਵਾਰ ਸਰੂਪ ਦਾ ਜਿਹੜਾ ਦਰਸ਼ਨ ਕਰ ਲੈਂਦਾ, ਉਹ ਫਿਰ ਪਲਕ ਨਹੀਂ ਝਪਕਦਾ। ਉਹਨੂੰ ਇਉਂ ਹੁੰਦਾ ਵੀ ਸਤਿਗੁਰੂ ਦੇ ਦਰਸ਼ਨ ਹੋਏ ਹੀ ਜਾਣ। ਸਤਿਗੁਰੂ ਮਹਾਰਾਜ ਜਨਮਾਂ ਜਨਮਾਂਤਰਾਂ ਦੀ ਭੁੱਖ ਮਿਟਾ ਦਿੰਦੇ ਆ। ਕੀਰਨਾਸਕਾ ਤੁੰਗ ਸੁਹਾਵੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਨਾਸਕਾਂ ਨੱਕ ਹੈ,
ਇਹ ਕੀਰ ਕਹਿੰਦੇ ਤੋਤੇ ਦੀ ਚੁੰਝ ਵਾਂਗੂ ਹਨ। ਕੁੰਡਲ ਕਰਨ ਜਰਾਓ ਬਣੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਕਹਿੰਦੇ ਬੜੇ ਸੋਹਣੇ ਕੁੰਡਲ ਪਾਏ ਹਨ। ਦੌਲਤ ਰੁਚਰ ਲਾਗ ਧਨ ਕਹੇ। ਬਹੁਤੇ ਧਨ ਵਾਲੇ ਕੁੰਡਲ ਬਣੇ ਆ। ਜਦੋਂ ਸਤਿਗੁਰੂ ਚੱਲਦੇ ਆ ਨਾ ਉਹ ਵੀ ਕੁੰਡਲ ਹਿਲਦੇ ਨੇ। ਕਮਲ ਪਾਂਖੁਰੀ ਚਾਰ ਸਰੀਖੇ। ਨੇਤਰਾਂ ਦੀਆਂ ਜਿਹੜੀਆਂ ਨੇਤਰ ਕਮਲਾਂ ਦੀਆਂ ਭਿੱਫਣਾ ਨੇ ਤੇ ਸਤਿਗੁਰੂ ਮਹਾਰਾਜ ਦੀਆਂ ਭਿੱਫਣਾ ਇਉਂ ਲੱਗਦੀਆਂ ਨੇਤਰਾਂ ਦੀਆਂ ਜਦੋਂ ਪਲਕਾਂ ਝਪਕਦੇ ਆ ਜਿਵੇਂ ਕਹਿੰਦੇ ਕਮਲ ਦੀਆਂ ਪੱਤੀਆਂ ਹੋਣ। ਆਂਖ ਬੜੀ ਜੁਗ ਤੀਖੀ ਤੀਖੀ। ਸਤਿਗੁਰੂ ਜੀ ਦੀਆਂ ਜਿਹੜੀਆਂ ਅੱਖਾਂ ਨੇ ਬਹੁਤ ਕਹਿੰਦੇ ਮੋਟੀਆਂ ਤੇ ਤਿੱਖੀਆਂ ਹਨ। ਵਰਨੀ ਕੁਟਲ ਕੋਰ ਸਮਬਾਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਵੇਖਦੇ ਆ ਬੜੀ ਤਿਰਛੀ ਨਿਗਾਹ ਨਾਲ ਵੇਖਦੇ ਆ। ਤ੍ਰਿਸ਼ੇ ਚਿਤਵਨ ਕਿਰਪਾ ਨਿਧਾਨਾ। ਜਦੋਂ ਤਿਰਛੀ ਨਾਲ ਨਿਗਾਹ ਨਾਲ ਵੇਖਦੇ ਆ ਨਾ ਮਹਾਰਾਜ ਮਿਹਰ ਦੀ ਨਿਗਾਹ ਕਰ ਦਿੰਦੇ ਆ। ਜਨਮਾਂਤਰਾਂ ਦੇ ਪਾਪ ਕੱਟ ਦਿੰਦੇ ਆ। ਦੁੰਦਰ ਸੁਰਸੋ ਸ਼ਬਦ ਗੰਭੀਰ। ਸਤਿਗੁਰੂ ਜਦੋਂ ਆਵਾਜ਼ ਮਾਰਦੇ ਆ ਨਾ ਆਵਾਜ਼ ਨਿਕਲਦੀ ਆ ਮੁਖੋਂ ਜਿਵੇਂ ਬੱਦਲ ਦੀ ਆਵਾਜ਼ ਆ ਗੰਭੀਰ ਗਰਜਦੇ ਹਨ। ਉਪਦੇਸ਼ਿਤ ਸਿੱਖਨ ਬਰਬੀਰ। ਸਤਿਗੁਰੂ ਜਦੋਂ ਉਪਦੇਸ਼ ਦਿੰਦੇ ਆ ਨਾ ਸਿੱਖਾਂ ਨੂੰ ਜਦੋਂ ਕਿਸੇ ਨੂੰ ਨਾਮ ਲੈ ਕੇ ਬੁਲਾਉਂਦੇ ਆ ਉਹਦਾ ਜਨਮਾਂਤਰਾਂ ਦਾ ਦੁੱਖ ਕੱਟ ਦਿੰਦੇ ਆ। ਕੁਟੇ ਕੁਟਲ ਕਮਾਨ ਸਮਾਨਾ। ਸਤਿਗੁਰੂ ਜੀ ਦੇ ਸਰੂਪ ਦੀ ਸ਼ੋਭਾ ਕਰ ਰਹੇ ਆ। ਭਾਈ ਸਾਹਿਬ ਜੀ ਕਹਿੰਦੇ ਜਿਹੜੇ ਪ੍ਰਵੱਟੇ ਆ ਨਾ ਦੋਵੇਂ ਇਹ ਇਉਂ ਆ ਜਿਵੇਂ ਤੀਰ ਕਮਾਨ ਹੋਣ। ਭਰਿਓ ਭਾਗ ਤੇ ਭਾਲ ਮਹਾਨਾ। ਤੇ ਸਤਿਗੁਰੂ ਦਾ ਜਿਹੜਾ ਮੁਖ ਤੇ ਮਸਤਕ ਹੈ ਮੱਥਾ ਗਾ ਬੜਾ ਚੌੜਾ ਭਾਗ ਨਾਲ ਭਰਿਆ ਹੋਇਆ ਹੈ। ਮੇਚਕ ਚਕਵਨ ਕੇਸ਼ ਵਿਸ਼ੇਸ਼। ਸਤਿਗੁਰੂ ਜੀ ਦੇ ਜਿਹੜੇ ਕੇਸ ਨੇ ਉਹ ਵਿਸ਼ੇਸ਼ ਕਰਕੇ ਮੇਚਕ ਕਾਲੇ ਨੇ ਤੇ ਚਿਕਵਨ ਕਹਿੰਦੇ ਚੀਕਣੇ ਹਨ। ਸ੍ਰੀ ਉਸ਼ਨੀਕ ਸੁਹਾਏ ਅਸ਼ੇਸ਼। ਇਉਂ ਸਤਿਗੁਰੂ ਜੀ ਦੇ ਸੀਸ ਤੇ ਸੋਭ ਰਹੇ ਨੇ। ਕਲਗੀ ਜਿਗਾ ਜੇਬ ਜਿਨ ਜਾਹਰ। ਸਤਿਗੁਰੂ ਜੀ ਦੀ ਦਸਤਾਰ ਤੇ ਕਲੰਗੀ ਤੇ ਜਿਗਾ ਸਜੀ ਹੋਈ ਹੈ। ਜਬਰ ਜੋਤ ਜਗਮਗਤ ਜਵਾਹਰ। ਜਗਮਗ ਕਹਿੰਦੇ ਜਗਮਗ ਹੋ ਰਹੀ ਹੈ। ਬੜੀਆਂ ਹੀਰੇ ਜਵਾਹਰਾਤ ਦੀਆਂ ਲੜੀਆਂ ਜੜੀਆਂ ਹਨ। ਸਰਬ ਭੂਖਨ ਭੂਖਤ ਭਾਰੇ। ਸਤਿਗੁਰੂ ਜੀ ਦੇ ਸਰੀਰ ਤੇ ਬੜੇ ਵਿਭੂਸ਼ਣ ਸ਼ੋਭ ਰਹੇ ਨੇ। ਵਰਨ ਵਰਨ ਬਰ ਵਸਤਰ ਸੁਧਾਰੇ। ਸਤਿਗੁਰੂ ਜੀ ਨੇ ਬੜੇ ਰੰਗਾਂ ਦੇ ਵਸਤਰ ਵੱਖਰੇ ਵੱਖਰੇ ਸਤਿਗੁਰੂ ਰੋਜ਼ਾਨਾ ਪਹਿਨਦੇ ਆ। ਧਨ ਵਿਦਿਆ ਅਭਿਆਸ ਕਮਾਵੈ। ਇਉਂ ਧਨਖ ਵਿਦਿਆ ਦਾ ਸਤਿਗੁਰੂ ਬਹੁਤ ਅਭਿਆਸ ਕਰਦੇ ਆ। ਰੋਜ਼ਾਨਾ ਸਤਿਗੁਰੂ ਮਹਾਰਾਜ ਧਨਖ ਦੇ ਨਾਲ ਤੀਰ ਚਿੱਲੇ ਵਿੱਚ ਜੋੜ ਕੇ ਖਿੱਚ ਕੇ ਕੰਨ ਤੱਕ ਚਲਾਉਂਦੇ ਹਨ। ਕਹਿ ਖਪਰੇ ਤੀਰ ਕਰਾਵੈ। ਫਿਰ ਸਤਿਗੁਰੂ ਜਿਹੜਾ ਤੀਰ ਬਣਵਾਉਂਦੇ ਆ ਨਾ ਲੋਹਾਰਾਂ ਨੂੰ ਕਹਿ ਕੇ ਮਿਸਤਰੀਆਂ ਨੂੰ ਕਹਿ ਕੇ ਖਪਰੇ ਦੀ ਫਾਲ ਵਾਲਾ ਬਣਾਉਂਦੇ ਆ। ਕਈ ਤਰ੍ਹਾਂ ਦੇ ਤੀਰ ਹੁੰਦੇ ਆ ਤੁਸੀਂ ਇਤਿਹਾਸ 'ਚ ਸੁਣੇ ਹੋਣਗੇ। ਕੋਈ ਚੰਦਰਮੁਖੀ ਹੁੰਦਾ ਹੈ, ਕੋਈ ਮਛਲੀ ਦੀ ਨੋਕ ਵਰਗਾ ਹੁੰਦਾ ਹੈ, ਕੋਈ ਖਪਰੇ ਵਰਗਾ ਸਭ ਤੋਂ ਭਿਆਨਕ ਤੀਰ ਹੁੰਦਾ ਹੈ। ਜਦੋਂ ਖਪਰਾ ਤੀਰ ਬੈਰੀ ਦੀ ਛਾਤੀ 'ਚ ਜਾਂਦਾ ਹੈ ਤਾਂ ਸਾਰੇ ਸਰੀਰ ਨੂੰ ਚੀਰ ਕੇ ਰੱਖ ਦਿੰਦਾ ਹੈ। ਇਉਂ ਸਤਿਗੁਰੂ ਕਹਿ ਕਹਿ ਕੇ ਖਪਰੇ ਤੀਰ ਚੌੜੇ ਬਣਵਾਉਂਦੇ ਨੇ। ਧਰ ਧਰ ਮਾਰੈ ਦੂਰ ਨਿਸ਼ਾਨਾ। ਸਤਿਗੁਰੂ ਮਹਾਰਾਜ ਦੂਰ ਦੂਰ ਨਿਸ਼ਾਨੇ ਲਵਾਉਂਦੇ ਨੇ। ਬੜੇ ਬੇਗ ਤੇ ਛੂਟੇ ਬਾਨਾ। ਜਦੋਂ ਤੀਰ ਚੱਲਦੇ ਆ ਨਾ ਬੜੇ ਜ਼ੋਰ ਨਾਲ ਛੂਕਦੇ ਜਾਂਦੇ ਆ ਤੀਰ। ਚਾਂਪ ਕਠੋਰ ਕਹਿਤ ਬਨਵਾਵੈ। ਜਿਹੜਾ ਧਨਖ ਹੁੰਦਾ ਮਹਾਰਾਜ ਉਹ ਕਹਿ ਕੇ ਵਿਸ਼ੇਸ਼ ਤੌਰ ਤੇ ਬੜਾ ਕਹਿੰਦੇ ਕਠਨ ਬਣਵਾਉਂਦੇ ਆ, ਕਠੋਰ ਬਣਵਾਉਂਦੇ ਆ। ਵੱਡ ਬਲ ਕਰਕੇ ਕਰ ਜੋ ਐਂਚੋਂ ਜਾਵੈ। ਜਿਹੜਾ ਬੜੇ ਬਲ ਨਾਲ ਜ਼ੋਰ ਨਾਲ ਜਿਹਨੂੰ ਖਿੱਚਿਆ ਜਾ ਸਕੇ। ਸਤਿਗੁਰੂ ਜੀ ਦੇ ਧਨਖ ਦਾ ਜ਼ਿਕਰ ਆਉਂਦਾ ਨਾ ਵੀ ਸਤਿਗੁਰੂ ਜੀ ਦਾ ਜਿਹੜਾ ਧਨਖ ਹੈ ਉਹ 9 ਟਾਂਕ ਦਾ ਬਣਦਾ ਸੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ 258 ਕਿਲੋ ਭਾਰ ਦਾ ਹੁੰਦਾ ਸੀ। ਆਮ ਬੰਦਾ ਤਾਂ ਉਸ ਨੂੰ ਚੁੱਕ ਹੀ ਨਹੀਂ ਸਕਦਾ। ਉਹਨਾਂ ਸਮਿਆਂ ਦੀਆਂ ਜਿਹੜੀਆਂ ਸ਼ਸਤਰਾਂ ਦੀਆਂ ਗੱਲਾਂ ਨੇ ਜੇ ਤੁਸੀਂ ਵੇਖਣਾ ਸ਼ਸਤਰ ਤਾਂ ਤੁਸੀਂ ਅਜਾਇਬ ਘਰ ਜਾ ਕੇ ਵੇਖੋ। ਜਿਹੜੀਆਂ ਰਾਈਫਲਾਂ ਨੂੰ ਸੂਰਮੇ ਘੋੜਿਆਂ ਦੇ ਵੇਹ ਕੇ ਚਲਾਉਂਦੇ ਸੀ ਅੱਜ ਦੇ ਅਸੀਂ ਸਰੀਰ ਮੈਂ ਕਹਿੰਦਾ ਉਹ ਰਾਈਫਲਾਂ ਨੂੰ ਕੱਲਾ ਕੱਲਾ ਤਾਂ ਚੁੱਕ ਹੀ ਨਹੀਂ ਸਕਦੇ। ਜਿਨ੍ਹਾਂ ਨੂੰ ਉਹ ਯੋਧੇ ਘੋੜਿਆਂ ਤੇ ਬੈਠ ਕੇ ਜਿੱਥੇ ਹੱਥ 'ਚ ਪਕੜਨਾ ਉੱਥੇ ਉਹਦੇ ਵਿੱਚ ਬਰੂਦ ਵੀ ਭਰਨਾ, ਕੁੱਪੀ 'ਚੋਂ ਬਰੂਦ ਭਰਨਾ, ਫਿਰ ਗਜ ਨਾਲ ਬਰੂਦ ਨੂੰ ਠੋਕਣਾ ਘੋੜੇ ਤੇ ਬੈਠੇ ਹੀ। ਫਿਰ ਤੋੜਾ ਧੁਖਾਇਆ ਹੁੰਦਾ ਅੱਗ ਲਾ ਕੇ ਕੋਲ, ਉਹ ਵੀ ਕਮਰ ਕਸੇ 'ਚ ਰੱਖਿਆ ਹੁੰਦਾ। ਉਹਨੂੰ ਫਿਰ ਤੋੜੇ ਨੂੰ ਜਦੋਂ ਲਾਉਣਾ ਨਾਲ ਧੁਖਾਉਣਾ ਤੇ ਫਿਰ ਉਹਨੂੰ ਸਿਸਤ ਬੰਨ੍ਹ ਕੇ ਨਿਸ਼ਾਨਾ ਬੰਨ੍ਹ ਕੇ ਚਲਾਉਣਾ। ਘੋੜੇ ਤੇ ਬੈਠਿਆਂ ਬੈਠੇ ਹੀ ਦੁਬਾਰਾ ਫਿਰ ਕੁੱਪੀ 'ਚੋਂ ਬਰੂਦ ਭਰਨਾ, ਫਿਰ ਗਜ ਨਾਲ ਠੋਕਣਾ,
ਤੇ ਉਹ ਬੰਦੂਕ ਮੈਂ ਕਹਿੰਦਾ ਦੇਖੀਏ ਇਕੱਲਾ ਬੰਦਾ ਤਾਂ ਉਹ ਚੁੱਕ ਹੀ ਨਹੀਂ ਸਕਦਾ। ਤੇ ਮੇਰੇ ਸਤਿਗੁਰੂ ਦਾ ਜਿਹੜਾ ਧਨ ਖੋਂਦਾ ਉਹਨੂੰ ਇਕੱਲਾ ਨਹੀਂ ਸੀ ਕੋਈ ਚੁੱਕ ਸਕਦਾ, ਕਈ ਕਈ ਜਾਣੇ ਚੁੱਕਦੇ। ਉਹ ਧਨਖ ਨੂੰ ਮੇਰੇ ਸਤਿਗੁਰੂ ਖਿੱਚ ਕੇ ਚਲਾਉਂਦੇ ਹਨ। ਸੰਮਤ ਏਕ ਬਤੀ ਪੁਨ ਕਹੈ। ਭਾਈ ਸਾਹਿਬ ਵਿਸ਼ੇਸ਼ ਤੌਰ ਤੇ ਜ਼ਿਕਰ ਕਰ ਰਹੇ ਆ, ਕਹਿੰਦੇ ਗੁਰਸਿੱਖੋ ਜਦੋਂ ਉਹ ਧਨਖ ਨੂੰ 1 ਸਾਲ ਹੋ ਜਾਂਦਾ, ਮੇਰੇ ਸਤਿਗੁਰੂ ਨੂੰ ਚਲਾਉਂਦਿਆਂ ਜਦੋਂ 1 ਸਾਲ ਹੋ ਜਾਂਦਾ, ਧਨ ਦੁਗਣੋ ਦਿੜ ਕਰ ਮਹਿ ਗਹੈ। ਤਾਂ ਮੇਰੇ ਸਤਿਗੁਰੂ ਉਹ ਧਨਖ ਵਿਸ਼ੇਸ਼ ਤੌਰ ਤੇ ਦੁੱਗਣਾ ਭਾਰੀ ਬਣਵਾਉਂਦੇ। ਜਿਹੜਾ ਆਹ ਸਾਲ ਧਨਖ ਹੈ ਇਹਦੇ ਨਾਲ ਦੁੱਗਣਾ ਭਾਰੀ ਅਗਲੇ ਸਾਲ ਬਣਵਾਉਂਦੇ ਸਨ। ਜੰਗੀ ਤੀਰ ਫੁਲਾਦੀ ਖਪਰੇ। ਤੇ ਸਤਿਗੁਰੂ ਜੀ ਵਿਸ਼ੇਸ਼ ਤੌਰ ਤੇ ਜੰਗੀ ਤੀਰ ਜਿਹੜੇ ਹੁੰਦੇ ਸੀ ਫੌਲਾਦ ਨਾਲ, ਲੋਹੇ ਨਾਲ ਤਿਆਰ ਕੀਤੇ, ਕਹਿ ਕਹਿ ਬ੍ਰਿੰਦ ਕਰਾਵੈ ਅਪਰੇ। ਸਤਿਗੁਰੂ ਕਹਿ ਕਹਿ ਕੇ ਵਿਸ਼ੇਸ਼ ਤਿਆਰ ਕਰਾਉਂਦੇ ਹਨ। ਹੇਰ ਹੇਰ ਤੀਖਨ ਬੜ ਤੀਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸੇ ਜਿਹੜੇ ਤੀਰ ਦੇਖਦੇ ਆ ਨਾ ਜਦੋਂ ਆਪਣੇ ਹੱਥ 'ਚ, ਜਦੋਂ ਮਿਸਤਰੀ ਲੋਹਾਰ ਤਿਆਰ ਕਰਕੇ ਤੀਰ ਮਹਾਰਾਜ ਦੇ ਕੋਲ ਲੈ ਕੇ ਆਉਂਦੇ ਆ ਤੇ ਮਹਾਰਾਜ ਕਰ ਕਮਲ 'ਚ ਪੜ ਕੇ ਆ ਨਿਰੀਖਣ ਕਰਦੇ ਆ। ਸ੍ਰੀ ਸਤਿਗੁਰ ਹਰਿ ਗੋਬਿੰਦ ਧੀਰ। ਤੇ ਧੀਰਜ ਧਾਰੀ ਮੇਰੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਨ ਵਿੱਚ ਫਿਰ ਤੀਰ ਦੇਖ ਕੇ ਵਿਚਾਰਦੇ ਆ। ਤੁਰਕ ਸ਼ਤਰਗਨ ਅੰਗ ਮਝਾਰਾ। ਮਹਾਰਾਜ ਸੱਚੇ ਪਾਤਸ਼ਾਹ ਨੇ ਵੱਡੇ ਸੂਰਮੇ ਆ। ਸੂਰਮਾ ਜਦੋਂ ਸ਼ਸਤਰ ਨੂੰ ਵੇਖਦਾ, ਸ਼ਸਤਰ ਵੇਖ ਕੇ ਸੂਰਮੇ ਮਨ 'ਚ ਚਾਹ ਹੋ ਜਾਂਦਾ ਹੈ ਵੀ ਕਦੋਂ ਇਹਨੂੰ ਚਲਾਵਾਂ। ਮੇਰੇ ਸਤਿਗੁਰੂ ਤੀਰ ਨੂੰ ਵੇਖ ਕੇ ਮਨ 'ਚ ਵਿਚਾਰਦੇ ਆ ਵੀ ਜਦੋਂ ਵੈਰੀ ਚੜ ਕੇ ਆਵੇਗਾ, ਮਮ ਕਰ ਪ੍ਰਵੇਸ਼ੇ ਕਿਸ ਬਾਰਾ। ਉਹ ਕਿਹੜਾ ਟਾਈਮ ਆਵੇ ਜਦੋਂ ਮੈਂ ਜੰਗ 'ਚ ਹੋਵਾਂ ਤੇ ਜੰਗ ਦੇ ਵਿੱਚ ਆ ਤੀਰ ਬੈਰੀ ਦੇ ਸੀਨੇ ਵਿੱਚ ਮੈਂ ਲਾਵਾਂ। ਕਬਹੁ ਜੰਗ ਮਹਿ ਹੋਏ ਨਿਸੰਗ। ਕਦੋਂ ਮੈਂ ਨਿਸੰਗ ਹੋ ਕੇ ਸਨਮੁਖ ਹੋ ਕੇ ਇਹ ਤੀਰ ਚਲਾਵਾਂਗਾ। ਕਰੋ ਪ੍ਰਹਾਰ ਨਖਰਨ ਖਤੰਗ। ਮਹਾਰਾਜ ਸੱਚੇ ਪਾਤਸ਼ਾਹ ਵਿਚਾਰਦੇ ਆਵੇਂ ਜੰਗ ਵਿੱਚ ਕਦੋਂ ਮੈਂ ਨਿਸ਼ਾਨੇ ਲਾਵਾਂਗਾ। ਕਬ ਤੁਫੰਗ ਕੋ ਗਹੇ ਚਲਾਵੈ। ਕਦੋਂ ਹੱਥ ਵਿੱਚ ਫੜ ਕੇ ਮੈਂ ਉਹ ਬੰਦੂਕ ਦਾ ਨਿਸ਼ਾਨਾ ਲਾਵਾਂਗਾ। ਮਾਰ ਲਾਸ਼ ਕੋ ਤਰੈ ਗਿਰਾਵੈ। ਮਹਾਰਾਜ ਵਿਚਾਰਦੇ ਆ ਵੀ ਕਦੋਂ ਸਮਾਂ ਆਉਣਾ ਜੰਗ ਦਾ ਜਦੋਂ ਅਸੀਂ ਫਿਰ ਨਿਸ਼ਾਨੇ ਨਾਲ ਆ ਕੇ ਬੰਦੂਕਾਂ ਨਾਲ ਵੱਡੇ ਵੱਡੇ ਸੂਰਮਿਆਂ ਨੂੰ ਜੰਗ ਵਿੱਚ ਧੂੜ ਚਟਾਉਣੀ ਹੈ। ਮੁੰਗਰੇ ਗਹਿ ਭਾਰੇ ਕੋ ਫੇਰੇ। ਸਤਿਗੁਰੂ ਮਹਾਰਾਜ ਰੋਜ਼ ਆਪ ਅਭਿਆਸ ਕਰਦੇ ਆ, ਮੂੰਗਲੀਆਂ ਫੇਰਦੇ ਆ। ਅਨੇਕ ਵਾਰ ਬਾਹਨ ਤੇ ਪ੍ਰੇਰੇ। ਸਤਿਗੁਰੂ ਮਹਾਰਾਜ ਦੋਵਾਂ ਹੱਥਾਂ 'ਚ ਫੜ ਕੇ ਉਹ ਮੂੰਗਲੀਆਂ ਘੁਮਾਉਂਦੇ ਹਨ। ਸਰਬ ਨਰਨ ਤੇ ਢੀਲ ਬਡੇਰੋ। ਸਤਿਗੁਰੂ ਜੀ ਦਾ ਜਿਹੜਾ ਡੀਲ ਡੌਲ ਹੈ ਨਾ, ਜਿੰਨੇ ਸਤਿਗੁਰੂ ਕੋਲ ਸੂਰਮੇ ਆ, ਜਿੰਨੇ ਮਨੁੱਖ ਨੇ, ਉਹ ਸਭ ਤੋਂ ਕਹਿੰਦੇ ਭਾਰੀ ਹੈ। ਨਹਿ ਸਮ ਅਪਰ ਕਹੂੰ ਕਿਤ ਹੀਰੋ। ਭਾਈ ਸਾਹਿਬ ਕਹਿੰਦੇ ਐਸਾ ਡੀਲ ਡੌਲ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦਾ। ਭੁਜਾ ਜੰਗ ਆਦਿਕ ਅੰਗ ਜਾਵਰ ਸਾਰੇ। ਸਤਿਗੁਰੂ ਜੀ ਨੇ ਭੁਜਾ ਬਾਹਾਂ ਲੱਤਾਂ, ਸਤਿਗੁਰੂ ਜੀ ਦਾ ਜਿਹੜਾ ਸਰੀਰ ਹੈ, ਕਰੇ ਸਰਾਹਨ ਮਿਲੇ ਨਿਹਾਰੇ। ਜਿਹੜਾ ਵੀ ਵੇਖਦਾ ਉਹ ਸਿਫਤ ਹੀ ਕਰਦਾ ਹੈ। ਦੂਰ ਦੂਰ ਤੇ ਮਾਨਵ ਆਵੈ। ਦੂਰੋਂ ਦੂਰੋਂ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਹਨ। ਕਰ ਦਰਸ਼ਨ ਮਨ ਬਾਸ਼ਤ ਪਾਵੈ। ਜੋ ਵੀ ਦਰਸ਼ਨ ਕਰਦਾ ਹੈ ਉਹਨੂੰ ਮਨਵਾਂਸ਼ਤ ਫਲ ਮਿਲਦਾ ਹੈ, ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਸਤਿਗੁਰੂ ਸਾਰੀਆਂ ਇੱਛਾ ਪੂਰੀਆਂ ਕਰਦੇ ਆ, ਸਾਰੇ ਸੁੱਖਾਂ ਦੇ ਦਾਤੇ ਆ ਮੇਰੇ ਸਤਿਗੁਰੂ। ਉਹ ਕਿਹੜਾ ਸੁੱਖ ਹੈ ਜ਼ਿੰਦਗੀ ਦਾ, ਲੋਕ ਪਰਲੋਕ ਦਾ ਸੁੱਖ ਜਿਹੜਾ ਮੇਰੇ ਸਤਿਗੁਰੂ ਨਹੀਂ ਦੇ ਸਕਦੇ। ਇਹ ਘਾਟ ਸਾਡੀ ਸਿੱਖਾਂ ਦੀ ਹੁੰਦੀ ਆ। ਸਾਚਾ ਸਤਿਗੁਰੂ ਕਿਆ ਕਰੈ ਜੋ ਸਿੱਖਾਂ ਮੈਂ ਚੂਕ। ਜੋ ਨਿਯਮ, ਜੋ ਮਰਜ਼ਾਦਾ, ਜੋ ਰਹਿਤ, ਜੋ ਜ਼ਿੰਦਗੀ ਜਿਉਣ ਦਾ ਢੰਗ ਮੇਰੇ ਸਤਿਗੁਰੂ ਨੇ ਬਖਸ਼ਿਆ, ਜੇ ਅਸੀਂ ਜੀਵਨ 'ਚ ਅਪਣਾ ਲਈਏ ਤਾਂ ਸਾਡੇ ਜੀਵਨ ਵੀ ਸੁਖੀ ਹੋ ਜਾਣ। ਸਤਿਗੁਰੂ ਦੱਸੇ ਮਾਰਗ ਤੇ ਅਸੀਂ ਚੱਲੀਏ, ਅੰਮ੍ਰਿਤ ਵੇਲੇ ਉੱਠੀਏ, ਸਿਮਰਨ ਕਰੀਏ, ਸੰਗਤ ਕਰੀਏ ਤਾਂ ਕਿਹੜਾ ਸੁੱਖ ਨਹੀਂ ਮਿਲਦਾ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਲੋਕ ਪਰਲੋਕ ਮੁਖ ਉਜਲਾ ਹੋ ਜਾਂਦਾ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਉਂ ਸਤਿਗੁਰੂ ਦੀ ਸ਼ਰਨ 'ਚ ਜੋ ਮੰਗਾ ਠਾਕੁਰ ਆਪਣੇ ਤੇ। ਜਿਹੜਾ ਮੇਰੇ ਸਤਿਗੁਰੂ ਤੋਂ ਜੋ ਮੰਗਦਾ ਉਹ ਹੀ ਮਿਲਦਾ ਹੈ। ਇਕ ਸਰੂਪ ਕੋ ਮਨ ਬਰਮਾਵੈ। ਸਤਿਗੁਰੂ ਜੀ ਦਾ ਜਦੋਂ ਸਰੂਪ ਦਾ ਦਰਸ਼ਨ ਕਰਦੇ ਆ ਨਾ,
ਇਉਂ ਮਨ ਸਤਿਗੁਰੂ ਤੇ ਹੀ ਮੋਹਿਤ ਹੋ ਜਾਂਦਾ ਹੈ। ਮਿਲੇ ਆਪਸ ਮੈਂ ਕਹੈ ਸੁਨਾਵੈ। ਕਹਿੰਦੇ ਇਉਂ ਸਤਿਗੁਰੂ ਦਾ ਸਰੂਪ ਦਾ ਦਰਸ਼ਨ ਕਰਕੇ ਸੰਗਤਾਂ ਆਪਸ ਕਹਿੰਦੀਆਂ ਹਨ। ਅਵਨੀ ਪਰ ਸਰੀਰ ਨਰ ਕੋਈ। ਕਹਿੰਦੇ ਸੰਗਤਾਂ ਵਿਚਾਰਦੀਆਂ ਵੀ ਧਰਤੀ ਤੇ ਐਸਾ ਕੋਈ ਹੋਰ ਸਰੀਰ ਨਹੀਂ। ਅਬ ਤੋ ਨਹਿ ਨ ਭਵਿੱਖੈ ਨ ਹੋਈ। ਕਹਿੰਦੇ ਨਾ ਤਾਂ ਵਈ ਹੋਣਾ ਹੈ, ਨਾ ਹੀ ਭਵਿੱਖ ਚ ਹੋਣਾ ਹੈ। ਆਜੁਦ ਧਰਨ ਉਚਿਤ ਬਲ ਭਾਰੇ। ਕਿਉਂਕਿ ਐਸਾ ਸ਼ਸਤਰ ਧਾਰੀ ਸੂਰਮਾ ਕਿਹੜਾ ਹੋਵੇਗਾ ਐਸਾ ਹੋਰ। ਐਸਾ ਸ਼ਸਤਰ ਧਾਰੀ ਸੂਰਮਾ, ਐਸਾ ਬਲ ਵਾਲੀ ਯੋਧਾ ਹੋਰ ਨਹੀਂ ਦੇਖਣ ਨੂੰ ਮਿਲਦਾ। ਰਨ ਮੈ ਰਿਸੇ ਜੇ ਸ਼ਸਤਰ ਪ੍ਰਹਾਰੇ। ਜੇ ਐਸੇ ਸੂਰਮੇ ਸਤਿਗੁਰੂ ਜਦੋਂ ਜੰਗ ਵਿੱਚ ਵੀਰ ਰਸ ਧਾਰ ਕੇ ਯੁੱਧ ਕਰਨਗੇ, ਕੋ ਅਸ ਸ਼ਤਰੂ ਕਰਹਿ ਨ ਤਰਾਸਾ। ਐਸਾ ਕਿਹੜਾ ਸੂਰਮਾ ਇਹਨਾਂ ਮੂਹਰੇ ਟਿਕ ਜਾਵੇਗਾ। ਕਿਹੜਾ ਵੱਡਾ ਦਲੇਰ ਆ ਜਿਹਨੂੰ ਭੈ ਨਹੀਂ ਆਵੇਗਾ ਸਤਿਗੁਰੂ ਤੋਂ। ਵੱਡੇ ਵੱਡੇ ਜਿਹੜੇ ਮਹਾਬਲੀ ਯੋਧੇ ਸੀ ਉਹ ਸਤਿਗੁਰੂ ਮੂਹਰੇ ਟਿਕ ਨਹੀਂ ਸਕੇ। ਸਤਿਗੁਰੂ ਦੇ ਜੰਗ ਦੁਨੀਆ ਦੇ ਵਿੱਚ ਵਿਦਵਾਨ ਕਹਿੰਦੇ ਆ ਕਿ ਹੁਣ ਤੱਕ ਧਰਤੀ ਤੇ 2000 ਜੰਗ ਹੋ ਚੁੱਕੇ ਆ। ਹੁਣ ਤੱਕ ਉਹ 2000 ਜੰਗਾਂ ਵਿੱਚੋਂ ਮੇਰੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ 4 ਜੰਗ ਵਿਲੱਖਣ ਨੇ। ਸਤਿਗੁਰੂ ਨੇ ਪਹਿਲੋਂ ਹਮਲਾ ਨਹੀਂ ਕੀਤਾ। ਜਿਹੜਾ ਚੜ੍ਹ ਕੇ ਆਇਆ ਉਹਨੂੰ ਪਹਿਲਾਂ ਵਾਰ ਕਰਨ ਦਾ ਮੌਕਾ ਦਿੱਤਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਫਿਰ ਜਵਾਬ ਦਿੱਤਾ। ਤੇ ਜਿਹੜਾ ਚੜ੍ਹ ਕੇ ਆਇਆ, ਸੂਰਜ ਚੜ੍ਹਦੇ ਨਾਲ ਜੰਗ ਸ਼ੁਰੂ ਹੁੰਦਾ ਸੀ। ਭਾਵੇਂ ਪਹਿਲੇ ਜੰਗ ਇੱਥੇ ਅੰਮ੍ਰਿਤਸਰ ਲੋਹਗੜ੍ਹ ਸਤਿਗੁਰੂ ਮਹਾਰਾਜ ਤੇ 7000 ਫੌਜ ਚੜ੍ਹ ਕੇ ਆਈ। ਭਾਵੇਂ ਦੂਸਰੇ ਜੰਗ 'ਚ 15000 ਫੌਜ ਦਾ ਜ਼ਿਕਰ ਆਉਂਦਾ ਹੈ। ਭਾਵੇਂ ਤੀਸਰੇ ਜੰਗ ਵਿੱਚ 35000 ਫੌਜ ਦਾ ਜ਼ਿਕਰ ਆਉਂਦਾ ਹੈ। ਭਾਵੇਂ ਚੌਥੇ ਜੰਗ ਵਿੱਚ 75000 ਤੋਂ 1.25 ਲੱਖ ਤੱਕ ਦਾ ਜ਼ਿਕਰ ਆਉਂਦਾ ਹੈ। ਕਿਉਂਕਿ 75000 ਸ਼ਾਹੀ ਫੌਜ ਸੀ, ਬਾਕੀ ਉਹਨਾਂ ਨਾਲ ਰੰਗੜ ਰਲੇ ਹੋਏ ਸਨ। ਉਹ ਰੰਗੜਾਂ ਦੀ ਜਿਹੜੀ ਗਿਣਤੀ ਸੀ ਉਹ 25000 ਤੋਂ 50000 ਤੱਕ ਮੰਨੀ ਆ। ਚੌਥੇ ਜੰਗ 'ਚ 1.25 ਲੱਖ ਤੱਕ ਫੌਜ ਚੜ੍ਹ ਕੇ ਆਈ। ਚਾਰੇ ਜੰਗਾਂ 'ਚ ਜਿੰਨੀ ਵੀ ਫੌਜ ਚੜ੍ਹ ਕੇ ਆਈ, ਸੂਰਜ ਛਿਪਣ ਤੋਂ ਪਹਿਲਾਂ ਮੇਰੇ ਸਤਿਗੁਰੂ ਜੀ ਨੇ ਮਾਰ ਕੇ ਖਪਾ ਕੇ ਜੰਗ ਫਤਿਹ ਕੀਤੀ। ਚਾਰੇ ਜੰਗਾਂ ਜਿੱਤੀਆਂ। ਐਸੇ ਮਹਾਬਲੀ ਯੋਧੇ ਜਿਹੜਾ ਵੀ ਸਿੱਖ ਦਰਸ਼ਨ ਕਰਦਾ ਇਉਂ ਕਹਿੰਦਾ ਹੈ, ਕਹਿੰਦੇ ਜੰਗ ਵਿੱਚ ਇਹਨਾਂ ਸਾਹਮਣੇ ਕੌਣ ਖਲੋਵੇਗਾ। ਰਨ ਮੈ ਰਿਸੇ ਜੇ ਸ਼ਸਤਰ ਪ੍ਰਹਾਰੇ। ਜਦੋਂ ਵੀਰ ਰਸ ਧਾਰ ਕੇ ਕਹਿੰਦੇ ਜੰਗ 'ਚ ਮਹਾਰਾਜ ਸ਼ਸਤਰ ਦਾ ਵਾਰ ਕਰਨਗੇ, ਕੋ ਅਸ ਸ਼ਤਰੂ ਕਰਹਿ ਨ ਤਰਾਸਾ। ਕਿਹੜਾ ਐਸਾ ਯੋਧਾ ਜਿਹੜਾ ਇਹਨਾਂ ਤੋਂ ਭੈ ਨਾ ਖਾਵੇ। ਹਣੇ ਮੁਸ਼ਟ ਤੇ ਕਰਹਿ ਬਿਨਾਸ਼ਾ। ਕਹਿੰਦੇ ਸ਼ਸਤਰ ਦੀ ਵੀ ਲੋੜ ਨਹੀਂ, ਜੇ ਇੱਕ ਮੁੱਕੀ ਮਾਰਨ ਮੇਰੇ ਸਤਿਗੁਰੂ ਕਹਿੰਦੇ ਬੰਦੇ ਦਾ ਨਾਸ ਕਰ ਦੇਣ। ਕਿਉਂਕਿ ਬਾਲੀ ਐਸਾ ਸਤਿਗੁਰੂ ਦਾ। ਸੁਣੀ ਕਥਾ ਦੁਆਪੁਰ ਮਹਿ ਭਏ। ਗੁਰਸਿੱਖ ਕਹਿੰਦੇ ਆ ਵੀ ਦੁਆਪਰ 'ਚ ਸੁਣਿਆ ਸੀ, ਦੁਆਪਰ ਦੀ ਕਥਾ ਸੁਣਦੇ ਆ। ਪਾਂਡਵ ਪੰਜ ਮਹਾਬਲ ਥਏ। ਵੀ ਜਿਹੜੇ 5 ਪਾਂਡਵ ਸੀ, ਸ਼੍ਰੀ ਕ੍ਰਿਸ਼ਨ ਜੀ ਦੀ ਭੂਆ ਦੇ ਪੁੱਤ 5 ਜਿਹੜੇ ਸਨ, ਅਰਜਨ ਵਰਗੇ, ਭੀਮ ਵਰਗੇ, ਨਕੁਲ ਸਹਿਦੇਵ ਵਰਗੇ, ਉਹ ਜਿਹੜੇ 5 ਸਨ ਉਹ ਬੜੇ ਬੜੇ ਸਨ। ਉਤੇ ਸਮੇਤ ਸੇ ਨਰ ਜੋ ਪ੍ਰਮਾਨੇ। ਕਹਿੰਦੇ ਉਹਨਾਂ ਬਾਰੇ ਕਥਾ ਸੁਣਦੇ ਆ ਵੀ ਉਹਨਾਂ ਦੇ ਸਰੀਰ ਸੁਮੇਰ ਪਰਬਤ ਵਾਂਗੂ ਸਨ। ਤਿਨ ਤੇ ਸਵਾ ਗਿਲਛਤ ਮਹਾਨੇ। ਕਹਿੰਦੇ ਉਹ ਤਾਂ ਸੁਣੀ ਸੁਣਾਈ ਗੱਲ ਹੀ ਹੈ, ਕਥਾ 'ਚ ਹੀ ਸੁਣਦੇ ਹੋ ਤਾਂ। ਪਰ ਇਹ ਮੇਰੇ ਸਤਿਗੁਰੂ ਨੂੰ ਕਹਿੰਦੇ ਦੇਖ ਕੇ ਇਉਂ ਲੱਗਦਾ ਵੀ ਇਹ ਤਾਂ ਸਵਾ ਗਿੱਠ ਉਹਨਾਂ ਤੋਂ ਵੀ ਵੱਧ ਨੇ। ਪੰਚੋ ਭਰਾਤਾ ਢੀਲ ਬਡੇਰੇ। ਉਹਨਾਂ ਬਾਰੇ ਸੁਣਦੇ ਆ ਵੀ 5 ਭਰਾਵਾਂ ਦੀ ਬੜੀ ਢੀਲ ਸੀ। ਜਿਨ ਕੋ ਬਲ ਕਹੀਤ ਬਹੁ ਤੇਰੇ। ਜਿਨ੍ਹਾਂ ਦੇ ਬਲ ਦੇ ਬਹੁਤੇ ਕਿੱਸੇ ਪ੍ਰਸਿੱਧ ਹਨ। ਤਿਮ ਇਸ ਸਮੇਂ ਜੋ ਨਰਨ ਪ੍ਰਮਾਣ। ਪਰ ਇਸ ਵੇਲੇ ਜਿੰਨੇ ਧਰਤੀ ਤੇ ਬੰਦੇ ਦੀਂਦੇ ਆ, ਜਿੰਨੇ ਕਹਿੰਦੇ ਮਨੁੱਖ ਧਰਤੀ ਤੇ ਦਿਸਦੇ ਨੇ, ਸ੍ਰੀ ਹਰਗੋਬਿੰਦ ਤਤੇ ਮਹਾਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹ ਸਾਰਿਆਂ ਤੋਂ ਮਹਾਨ ਨੇ। ਸਤਿਗੁਰੂ ਦਾ ਸਾਰਿਆਂ ਤੋਂ ਬਲਸ਼ਾਲੀ ਵੱਧ ਸਰੀਰ ਹੈ। ਹੋ ਢੀਲ ਸੁਸ਼ੀਲ ਵਿਸਾਲਾ। ਇਹੋ ਜੇ ਢੀਲ ਡੋਲ, ਇਹੋ ਜਿਹਾ ਭਾਰੀ ਜੁੱਸਾ, ਇਹੋ ਜਿਹਾ ਬਲ ਸਰੀਰ ਦਾ ਮਹਿ ਪਈਅਤ ਜਗ ਮੈਂ ਇਸ ਕਾਲਾ। ਗੁਰਸਿੱਖ ਕਹਿੰਦੇ ਆ ਵੀ ਹੋਰ ਨਹੀਂ ਕਿਤੇ ਦੇਖਣ ਨੂੰ ਮਿਲਦਾ। ਇਹ ਤਾਂ ਮੇਰੇ ਸਤਿਗੁਰੂ ਦੇ ਹੀ ਸਰੂਪ ਦਿਸਦਾ। ਕਿਉਂਕਿ ਬਾਬਾ ਬੁੱਢਾ ਜੀ ਨੇ ਵਰ ਦਿੱਤਾ ਸੀ, ਮਾਂ, ਹੇ ਮਾਂ ਗੰਗਾ, ਤੂੰ ਮੈਨੂੰ ਭੁੱਖੇ ਨੂੰ ਭੋਜਨ ਛਕਾਇਆ। ਕਿਉਂਕਿ ਗੁਰਸਿੱਖ ਬ੍ਰਹਮ ਗਿਆਨੀ ਸੱਚਖੰਡ ਦੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਜੀ ਜਦੋਂ ਨੰਗੇ ਚਰਨੀ ਭੋਜਨ ਲੈ ਕੇ ਗਏ, ਅੱਗੋਂ ਖਲੋ ਕੇ ਕਿਹਾ ਸੀ, ਮਾਂ
ਮਾਵਾਂ ਨੂੰ ਹੀ ਪਤਾ ਹੁੰਦਾ ਬੱਚਿਆਂ ਦੀ ਭੁੱਖ ਦਾ। ਮਾਂ ਮੈਂ ਭੋਜਨ ਨਹੀਂ ਛਕ ਸਕਿਆ, ਤੁਹਾਨੂੰ ਪਤਾ ਸੀ ਵੀ ਮੇਰਾ ਪੁੱਤਰ ਭੁੱਖਾ ਬੈਠਾ ਭੀੜ 'ਚ। ਤੇ ਬਾਬਾ ਜੀ ਨੇ ਜਦੋਂ ਪ੍ਰਸ਼ਾਦਾ ਛਕਿਆ, ਮਿੱਸਾ ਪ੍ਰਸ਼ਾਦਾ ਛਕਣ ਲੱਗੇ ਆ, ਗੰਢਾ ਭੰਨਿਆ, ਉਦੋਂ ਵਰ ਦਿੱਤਾ ਸੀ, ਮਾਂ ਤੁਹਾਡੇ ਘਰ ਐਸਾ ਪੁੱਤਰ ਹੋਵੇਗਾ ਜਿਵੇਂ ਅਸੀਂ ਇੱਕ ਮੁੱਕੀ ਮਾਰ ਕੇ ਗੰਢਾ ਭੰਨਿਆ, ਇਵੇਂ ਬੈਰੀਆਂ ਦਾ ਦਲਾਂ ਦੇ ਵਿੱਚ ਜੰਗ ਵਿੱਚ ਸਿਰ ਤੇ ਮੁੱਕੀਆਂ ਮਾਰ ਮਾਰ ਕੇ ਜਿਵੇਂ ਅਸੀਂ ਗੰਢਾ ਭੰਨਿਆ, ਬੈਰੀਆਂ ਦੇ ਸਿਰ ਭੰਨਿਆ ਕਰਨਗੇ। ਉਹ ਵਰ ਫਲੀਭੂਤ ਹੋਇਆ। ਬਾਬਾ ਜੀ ਜਦੋਂ ਪ੍ਰਸ਼ਾਦਾ ਛਕ ਕੇ ਚੂੜਾ ਕਰ ਰਹੇ ਸੀ, ਹੱਥ ਸੁੱਚੇ ਕਰ ਰਹੇ ਸੀ, ਆਕਾਸ਼ 'ਚ ਬਿਜਲੀ ਕੜਕੀ, ਕਿਹਾ ਮਾਂ ਜੀ, ਐ ਮਾਂ ਗੰਗਾ ਤੇਰੇ ਘਰ ਐਸਾ ਪੁੱਤਰ ਹੋਵੇਗਾ ਜਿਵੇਂ ਆਕਾਸ਼ 'ਚ ਬਿਜਲੀ ਕੜਕਦੀ ਹੈ, ਤੇਰੇ ਪੁੱਤਰ ਦੀ ਸ਼ਮਸ਼ੀਰ ਬੈਰੀਆਂ ਦੇ ਦਲਾਂ 'ਚ ਇਉਂ ਚਮਕਿਆ ਕਰੇਗੀ। ਜਦੋਂ ਆਕਾਸ਼ ਵਿੱਚ ਬੱਦਲ ਗਰਜਿਆ, ਬਾਬੇ ਬੁੱਢੇ ਨੇ ਵਰ ਦਿੱਤਾ ਸੀ, ਬਿਰਧ ਸਿੱਖ ਨੇ, ਮਾਂ ਤੇਰੇ ਪੁੱਤਰ ਦਲ ਦੇ ਵਿੱਚ ਇਉਂ ਗਰਜਿਆ ਕਰੇਗਾ ਜਿਵੇਂ ਆਕਾਸ਼ 'ਚ ਬੱਦਲ ਗਰਜਦਾ। ਉਹ ਸੰਗਤਾਂ ਹੁਣ ਪ੍ਰਤੱਖ ਦੇਖ ਰਹੀਆਂ ਨੇ ਜਿਹੜਾ ਬਾਰ ਬਾਬੇ ਦਾ ਫਲੀਭੂਤ ਹੋਇਆ। ਅੱਜ ਵੀ ਸੰਗਤਾਂ ਪੁੱਤਰ ਦੀ ਇੱਛਾ ਨਾਲ ਗੁਰੂ ਘਰ ਜਿਹੜੀਆਂ ਆਉਂਦੀਆਂ ਨੇ, ਬੇਅੰਤ ਸੰਗਤਾਂ ਬਾਬੇ ਬੁੱਢੇ ਸਥਾਨ 'ਤੇ ਜਾਂਦੀਆਂ, ਬੀੜ ਸਾਹਿਬ ਸਭ ਦੀਆਂ ਝੋਲੀਆਂ ਭਰੀਆਂ ਜਾਂਦੀਆਂ। ਜੇ ਕੋਈ ਅਰਦਾਸ ਹੈ ਗੁਰਸਿੱਖੋ ਤਾਂ ਗੁਰੂ ਅੱਗੇ ਕਰੋ। ਪਖੰਡੀਆਂ ਕੋਲ ਜਾ ਕੇ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਇਹ ਲੋਕ 'ਚ ਵੀ ਧੱਕੇ ਮਿਲਣਗੇ ਤੇ ਪਰਲੋਕ 'ਚ ਵੀ ਧੱਕੇ ਮਿਲਣੇ ਆ। ਨਾ ਇੱਥੇ ਕੁਝ ਮਿਲੇ ਤੇ ਨਾ ਪਰਲੋਕ 'ਚ ਮਿਲੇ। ਇਹ ਮੇਰੇ ਸਤਿਗੁਰੂ ਹੀ ਹੈ ਜਿਹੜੇ ਇਹ ਲੋਕ ਦੇ ਵੀ ਕਰਮ ਕੱਟ ਦਿੰਦੇ ਆ ਤੇ ਪਰਲੋਕ ਦੇ ਵਿੱਚ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਮੇਰੇ ਸਤਿਗੁਰੂ ਨੇ ਜਦੋਂ ਗੁਰੂ ਨਾਨਕ ਦਾ ਨਾਮ ਦਾ ਮੋਹਰ ਲੱਗਿਆ ਹੁੰਦਾ ਨਾ ਆਤਮਾ 'ਤੇ, ਤਾਂ ਧਰਮ ਰਾਜ ਵੀ ਫਿਰ ਲੇਖੇ ਦੇ ਕਾਗਜ਼ ਪਾੜ ਦਿੰਦਾ ਹੈ। ਮੇਰੇ ਸਤਿਗੁਰੂ ਮਾਫ ਕਰ ਦਿੰਦੇ ਆ। ਸਤਿਗੁਰੂ ਮਹਾਰਾਜ ਦੇ ਸਿੱਖ ਇਉਂ ਸਤਿਗੁਰੂ ਦਾ ਸਰੂਪ ਦਾ ਦਰਸ਼ਨ ਕਰਕੇ ਨਿਹਾਰ ਹੋ ਰਹੇ ਹਨ। ਅਜੋ ਸਰੀਰ ਵਧੇ ਬਹੁ ਬਰਖਣਾ। ਗੁਰਸਿੱਖ ਕਹਿੰਦੇ ਵੇ ਭਾਈ ਸਿੱਖੋ, ਇਹ ਤਾਂ ਹਜੇ ਸਤਿਗੁਰੂ ਦੀ ਉਮਰ ਹੀ ਸਰੀਰ ਦੀ ਛੋਟੀ ਆ। ਇਹ ਤਾਂ ਸਰੀਰ ਨੇ ਹਜੇ ਹੋਰ ਬਲ ਧਾਰਨਾ, ਹੋਰ ਵਧਣਾ। ਤਰਨ ਅਵਸਥਾ ਲੱਗ ਹੋਏ ਪਰਖਣਾ। ਜਦੋਂ ਪੂਰੇ ਜਵਾਨ ਸਤਿਗੁਰੂ ਜੀ ਨੇ ਹੋ ਜਾਣਾ, ਕਿੰਨੇ ਬਲ ਵਾਲੇ ਹੋਵਣਗੇ। ਦਰਸ਼ਨ ਕਰੇ ਜਾਹੇ ਜਿਸ ਦੇਸ਼। ਜਦੋਂ ਜਿੱਥੇ ਵੀ ਸਤਿਗੁਰੂ ਮਹਾਰਾਜ ਜਾਵਣਗੇ, ਸਤਿਗੁਰੂ ਦੇ ਜਿਹੜਾ ਵੀ ਦਰਸ਼ਨ ਕਰਦਾ ਹੈ, ਕਹੈ ਸੁਜਾਸ ਅਰ ਡੀਲ ਵਿਸ਼ੇਸ਼। ਉਹ ਸਤਿਗੁਰੂ ਜੀ ਦੇ ਸਰੀਰ ਦੀ ਡੀਲ ਡੌਲ ਦੀ ਵਿਸ਼ੇਸ਼ ਜ਼ਿਕਰ ਕਰਦਾ ਹੈ। ਆਜੁਦ ਵਿਦਿਆ ਕੋ ਅਭਿਆਸ। ਕਿਉਂ ਸੰਗਤ ਜੀ ਸ਼ਸਤਰ ਵਿਦਿਆ ਦਾ ਗੁਰੂ ਘਰ ਦੇ ਵਿੱਚ ਅਭਿਆਸ ਹੋਣ ਲੱਗਿਆ। ਪਰਚੇ ਸਤਿਗੁਰ ਕਰਹਿ ਬਿਲਾਸ। ਆਪਣੇ ਯੋਧਿਆਂ ਨਾਲ, ਸੰਗਤਾਂ ਨਾਲ ਸਤਿਗੁਰੂ ਇਉਂ ਵਿਚਰ ਰਹੇ ਨੇ, ਬੇਅੰਤ ਕੌਤਕ ਵਰਤਾ ਰਹੇ ਨੇ। ਤਿਮਹਿ ਸੁਬਡ ਸੰਗ ਗਨ ਕਰੈ। ਐਵੇਂ ਸੂਰਮੇ ਸਤਿਗੁਰੂ ਦੀ ਸ਼ਰਨ ਵਿੱਚ ਆਨੰਦ ਮਾਣ ਰਹੇ ਨੇ। ਧਨ ਕੋ ਤਫੰਗਨ ਕੋ ਕਰ ਧਰੈ। ਪਰ ਹੁਣ ਸਾਰਿਆਂ ਦੇ ਇੱਕ ਹੱਥ ਵਿੱਚ ਜਿੱਥੇ ਮਾਲਾ ਹੁੰਦੀ ਸੀ, ਅੱਜ ਉੱਥੇ ਹਰ ਹੱਥ ਦੇ ਵਿੱਚ ਇੱਕ ਪਾਸੇ ਤੀਰ ਕਮਾਨ ਹੈ, ਇੱਕ ਪਾਸੇ ਤਲਵਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਉਂ ਸੂਰਮਿਆਂ ਨੂੰ, ਜਿਹੜੇ ਲੋਕ ਨਿਮਾਣੇ ਹੋਏ ਸੀ, ਲਤਾੜੇ ਹੋਏ ਸੀ, ਉਹਨਾਂ ਨੂੰ ਗੈਰਤਮੰਦ ਬਣਾਇਆ, ਉਹਨਾਂ ਨੂੰ ਅਣਖ ਨਾਲ ਜਿਉਣਾ ਸਿਖਾਇਆ। ਮੇਰੇ ਮੀਰੀ ਪੀਰੀ ਦੇ ਮਾਲਕ, ਦਲ ਭੰਜਨ, ਗੁਰ ਸੂਰਮਾ, ਵੱਡ ਜੋਧਾ, ਬਹੁ ਪਰਉਪਕਾਰੀ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਕੱਲ੍ਹ ਨੂੰ ਵਿਸ਼ੇਸ਼ ਤੌਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਗੁਰਸੰਗਤ ਜੀ ਤਖਤ ਵਿਰਾਜਨ ਮੀਰੀ ਪੀਰੀ ਦੇ ਤਲਵਾਰਾਂ ਦੋ ਜੋ ਸਤਿਗੁਰੂ ਜੀ ਨੇ ਪਹਿਨੇ ਆ, ਇਹ ਦਿਹਾੜਾ ਵਿਸ਼ੇਸ਼ ਤੌਰ 'ਤੇ ਮਨਾਇਆ ਜਾ ਰਿਹਾ। ਜਿਹੜੇ 2 ਤਰੀਕ ਤੋਂ ਦੀਵਾਨ ਸ਼ਾਮ ਦੇ ਆਰੰਭ ਹੋਏ ਸੀ, ਅੱਜ ਉਹ ਅਖੀਰਲਾ ਦੀਵਾਨ ਸਤਿਗੁਰੂ ਜੀ ਦੀ ਕਿਰਪਾ ਨਾਲ ਸੰਪੂਰਨ ਹੋ ਰਿਹਾ। ਕੱਲ੍ਹ ਨੂੰ ਅੰਮ੍ਰਿਤ ਵੇਲੇ ਸਵੇਰੇ ਸੱਚਖੰਡ ਤੋਂ ਆਏ ਹੋਏ ਮੁੱਖ ਵਕਤ ਦੀ ਵਿਚਾਰ ਆਪ ਜੀ ਨਾਲ ਸਿੰਘ ਸਾਹਿਬ ਜੀ ਨੇ ਕਰਨੀ ਆ। ਆਪ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਜੋ ਗੁਰ ਇਤਿਹਾਸ ਸੁਣਿਆ ਸੰਗਤ ਜੀ ਹਿਰਦੇ ਵਿੱਚ ਥਾਂ ਦੇਣਾ, ਭੁੱਲਾਂ ਚੁੱਕਾਂ ਦੀ ਕਿਵੇਂ ਕਰਨੀ। ਸਤਿਗੁਰੂ ਜੀ ਦਾ, ਸਮੁੱਚੀ ਸੰਗਤ ਦਾ, ਇੱਥੋਂ ਦੇ ਗ੍ਰੰਥੀ ਸਿੰਘ ਸਾਹਿਬਾਨ, ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਹਾਜ਼ਰੀ ਪ੍ਰਵਾਨ ਕਰਨੀ ਜੀ। ਆਯੁਧ ਵਿਦਿਆ ਕੋ ਅਭਿਆਸ। ਪਰਚਹਿ ਸਤਿਗੁਰ ਕਰਹਿ ਬਿਲਾਸ। ਤੁਮ ਹੀ ਸਿਵਟ ਸੰਗ ਗਨ ਕਰੈ।
ਧਨੁਕੁਤ ਫੰਗਨ ਕੋ ਕਰ ਧਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।